ਇੱਕ ਵਾਰੀ ਫਿਰ ਜੁੜਨਾ ਪੈ ਰਿਹਾ। ਮੁੱਖ ਮੰਤਰੀ ਪੰਜਾਬ ਔਰ ਗਵਰਨਰ ਪੰਜਾਬ ਬਨਵਾਰੀ ਲਾਲ ਪੁਰੋਹਿਤ ਵਿੱਚ ਸ਼ਹਿਮਾਤ ਦੀ ਗੇਮ ਚੱਲ ਰਹੀ ਆ। ਤੁਹਾਨੂੰ ਯਾਦ ਹੋਣਾ, ਇੱਕ ਦਿਨ ਪਹਿਲਾਂ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਯਾਦ ਪੱਤਰ ਗਵਰਨਰ ਪੰਜਾਬ ਨੂੰ ਭੇਜਿਆ ਸੀ, ਉਹਦਾ ਜਵਾਬ ਦਿੱਤਾ ਹੈ ਬਨਵਾਰੀ ਲਾਲ ਪੁਰੋਹਿਤ ਵੱਲੋਂ। ਮੁੱਖ ਮੰਤਰੀ ਨੇ ਯਾਦ ਕਰਵਾਇਆ ਸੀਗਾ ਕਿ ਗਵਰਨਰ ਸਾਹਿਬ, ਜਿਹੜਾ ਅਸੀਂ ਗੁਰਦੁਆਰਾ ਐਕਟ ਵਿੱਚ ਅਮੈਂਡਮੈਂਟ ਲਿਆਂਦੀ ਆ, ਉਸ ਬਿੱਲ ਨੂੰ ਤੁਰੰਤ ਪ੍ਰਵਾਨਗੀ ਦਿਓ ਤਾਂ ਕਿ ਅਸੀਂ ਗੁਰਬਾਣੀ ਪ੍ਰਸਾਰਨ ਦੇ ਮਾਮਲੇ ਵਿੱਚ ਇੱਕ ਵਾਰੀ ਫਿਰ ਕਿਸੇ ਗਲਤ ਦਿਸ਼ਾ 'ਚ ਨਾ ਚਲੇ ਜਾਈਏ। ਲੋਕ ਭਾਵਨਾਵਾਂ ਦਾ ਮਸਲਾ ਹੈ ਔਰ ਗਵਰਨਰ ਪੰਜਾਬ ਮੋੜਵਾਂ ਪੱਤਰ ਭੇਜ ਰਹੇ ਆ। ਇਹਦੇ ਕਈ ਪਹਿਲੂ ਨੇ। ਇੱਕ ਤਾਂ ਗਵਰਨਰ ਪੰਜਾਬ ਸ਼ਾਇਦ ਇਹ ਦਿਖਾਉਣਾ ਚਾਹ ਰਿਹਾ ਵੀ ਤੁਸੀਂ ਤਾਂ ਮੇਰੀਆਂ ਚਿੱਠੀਆਂ ਦਾ ਜਵਾਬ ਨਹੀਂ ਦਿੰਦੇ, ਪਰ ਮੈਂ ਤਾਂ ਤੁਹਾਡੀ ਹਰ ਇੱਕ ਚਿੱਠੀ ਦਾ ਜਵਾਬ ਦੇਵਾਂਗਾ। ਦੂਜੀ ਗੱਲ, ਉਹ ਇਸ ਸੈਸ਼ਨ ਨੂੰ ਹੀ ਗੈਰ ਕਾਨੂੰਨੀ ਘੋਸ਼ਿਤ ਕਰ ਦਿੰਦੇ ਨੇ ਇੱਕ ਤਰ੍ਹਾਂ। ਹੁਣ ਸਵਾਲ ਇਹ ਆ ਕਿ ਕੀ ਉਹ ਇੰਜ ਕਰ ਸਕਦੇ ਨੇ। ਦੂਜਾ ਸਵਾਲ ਕਿ ਕੀ ਸੱਚਮੁੱਚ ਜਿਹੜਾ ਹਾਊਸ ਸੀਗਾ ਉਹ ਅਡਜਰਨ ਹੋਇਆ ਸੀ ਕਿ ਨਹੀਂ। ਇਸ ਸਵਾਲ, ਇਹ ਟੈਕਨੀਕੈਲਿਟੀਜ਼ ਨੇ। ਸੋ ਮਾਹਿਰਾਂ ਕੋਲੇ ਸਰਦਾਰ ਹਮੀਰ ਸਿੰਘ, ਸਰਦਾਰ ਜਗਤਾਰ ਸਿੰਘ ਕੋਲ ਵਸੀਹ ਤਜਰਬਾ ਹੈ। ਇਹਨਾਂ ਨੇ ਤਾ ਉਮਰ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਦੇਖਿਆ, ਨੇੜਿਓਂ ਸਮਝਣ ਦਾ ਯਤਨ ਕਰਦੇ ਆ ਕਿ ਗਵਰਨਰ ਪੰਜਾਬ ਹੱਦ ਸਰਹੱਦ ਉਲੰਘ ਰਹੇ ਨੇ, ਆਪਣੇ ਅਧਿਕਾਰਾਂ ਤੋਂ ਬਾਹਰ ਜਾ ਰਹੇ ਨੇ, ਜਾਂ ਸੱਚਮੁੱਚ ਇਹ ਸੈਸ਼ਨ ਗੈਰ ਕਾਨੂੰਨੀ ਸੀ। ਕਿਉਂਕਿ ਉਦੋਂ ਵੀ ਇਹ ਮਸਲਾ ਉੱਠਿਆ ਸੀਗਾ। ਗਵਰਨਰ ਨੇ ਚਿੱਠੀ ਲਿਖੀ ਸੀਗੀ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ, ਲੇਕਿਨ ਸਪੀਕਰ ਵੱਲੋਂ ਸਾਫ਼ ਕਰਤਾ ਗਿਆ ਸੀ ਕਿ ਇਹ ਸੈਸ਼ਨ ਪ੍ਰੋਰੋਗ ਨਹੀਂ ਕੀਤਾ ਗਿਆ ਔਰ ਇਸ ਕਰਕੇ ਇਹਨੂੰ ਦੁਬਾਰਾ ਬੁਲਾਇਆ ਜਾ ਸਕਦਾ ਹੈ, ਗਵਰਨਰ ਦੀ ਮਨਜ਼ੂਰੀ ਦੀ ਲੋੜ ਨਹੀਂ। ਹੁਣ ਸਰਦਾਰ ਹਮੀਰ ਸਿੰਘ ਜੀ, ਜਿਹੜਾ ਇਹ ਪੱਤਰ ਹੈ, ਇਹਦੀ ਇਬਾਰਤ ਇਹ ਕੀ ਸਾਬਤ ਕਰਦੀ ਆ? ਇੱਕ ਚੁਣਿਆ ਹੋਇਆ ਹਾਊਸ, ਕੀ ਉਹਨੂੰ ਗੈਰ ਕਾਨੂੰਨੀ ਘੋਸ਼ਿਤ ਕੀਤਾ ਜਾ ਸਕਦਾ? ਸੰਵਿਧਾਨਕ ਪਰੰਪਰਾਵਾਂ ਤੇ ਨਿਯਮ ਕਾਇਦੇ ਅਨੁਸਾਰ ਕੀ ਜੋ ਕੁਝ ਵਾਪਰ ਰਿਹਾ, ਸੱਚਮੁੱਚ ਗਵਰਨਰ ਸਾਹਿਬ ਦੀ ਇਹ ਚਿੱਠੀ ਬਹੁਤ ਅਹਿਮ ਹੋ ਗਈ ਹੈ? ਔਰ ਜਿਸ ਤਰੀਕੇ ਨਾਲ ਉਹ ਰਾਸ਼ਟਰਪਤੀ ਜਾਂ ਜਿਹੜੇ ਅਟਾਰਨੀ ਜਨਰਲ ਵੱਲ ਭੇਜਣ ਦੀ ਗੱਲ ਕਹਿ ਕੇ ਕੀ ਪੰਜਾਬ ਸਰਕਾਰ ਨੂੰ ਕਟਹਿਰੇ 'ਚ ਖੜਾ ਕਰ ਰਿਹਾ? ਇਸ ਟਕਰਾਅ ਨੂੰ ਅਸੀਂ ਕਿਵੇਂ ਸਮਝੀਏ? ਪੰਜਾਬ ਦੇ ਲੋਕ ਇਹਨੂੰ ਕਿਵੇਂ ਦੇਖਣ? ਇਹ ਸਥਿਤੀ ਫੁੱਟਬਾਲ ਵਰਗੀ ਆ, ਇੱਕ ਕਿੱਕ ਉਧਰੋਂ ਵੱਜਦੀ, ਦੂਜੀ ਕਿੱਕ ਉਧਰੋਂ ਵੱਜਦੀ ਆ। ਔਰ ਮਾਮਲਾ ਦੇਖੋ ਧਾਰਮਿਕ ਹੈ, ਇਹ ਲੋਕਾਂ ਦੇ ਨਿੱਜ ਨਾਲ ਜੁੜਿਆ। ਸੋ ਗੱਲ ਇਸ ਚਿੱਠੀ ਦੇ ਇਬਾਰਤ ਤੋਂ ਤੋਰਿਓ ਕਿ ਤੁਸੀਂ ਇਹਨੂੰ ਲਿਆ ਕਿਵੇਂ। ਜਦੋਂ ਤੁਹਾਡੇ ਸਾਹਮਣੇ ਆਈ ਤਾਂ ਪਹਿਲਾ ਵਿਊ ਪੁਆਇੰਟ ਤੁਹਾਡਾ ਕੀ ਬਣਿਆ ਗਵਰਨਰ ਦੇ ਨਜ਼ਰੀਏ ਨੂੰ ਲੈ ਕੇ ਔਰ ਇਸ ਸੈਸ਼ਨ ਸੰਬੰਧੀ ਜਿਹੜੀ ਗੱਲ ਉਹਨਾਂ ਕਹੀ ਹੈ ਇਹਨੂੰ ਲੈ ਕੇ? ਮੈਨੂੰ ਲੱਗਦਾ ਕਿ ਕਾਫੀ ਲੰਬੇ ਸਮੇਂ ਤੋਂ ਜਿਹੜੇ ਗਵਰਨਰ ਸਾਹਿਬ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਵਿੱਚ ਤਕਰਾਰ ਹੈ, ਉਹ ਲਗਾਤਾਰ ਜਾਰੀ ਹੈ। ਉਹ ਕੋਈ ਵੀ ਮੌਕਾ ਨਹੀਂ ਜਾਣ ਦਿੰਦੇ ਇੱਕ ਦੂਜੇ ਨੂੰ ਚੋਭਾ ਲਾਉਣ ਦਾ। ਵੀ ਚਿੱਠੀ ਲਿਖਣ ਦੇ ਵੀ ਸਟਾਈਲ ਹੁੰਦੇ ਨੇ, ਚਿੱਠੀ ਲਿਖਣ ਦੀ ਵੀ ਆਪਣੀ ਇੱਕ ਇਬਾਰਤ ਹੁੰਦੀ ਹੈ ਜਿਹੜੀ ਚ ਉਹ ਲਗਾਤਾਰ ਕੋਸ਼ਿਸ਼ ਕਰਦੇ ਨੇ ਕਿ ਮੈਂ ਤਾਂ ਲੋਕਾਂ ਦਾ ਹਿਤੈਸ਼ੀ ਹਾਂ। ਉਧਰ ਗਵਰਨਰ ਸਾਹਿਬ ਕਹਿੰਦੇ ਨੇ ਮੈਂ ਸੰਵਿਧਾਨ ਦਾ ਹਿਤੈਸ਼ੀ ਹਾਂ, ਉਹਦਾ ਰੱਖਿਅਕ, ਤੇ ਨਾਲ ਲੋਕਾਂ ਦਾ ਵੀ ਕਿਵੇਂ ਉਹ ਕਰਦੇ ਨੇ। ਪਹਿਲਾਂ ਜਿਹੜੀ ਭਗਵੰਤ ਮਾਨ ਉਹਨਾਂ ਨੇ ਚਿੱਠੀ ਲਿਖੀ ਸੀ, ਉਹਦੇ ਚ ਵੀ ਆਪਾਂ ਗੱਲ ਕੀਤੀ ਵੀ ਕੇਵਲ ਆਈਸੋਲੇਟ ਕਰਕੇ ਕੇਵਲ ਇੱਕ ਬਿੱਲ ਚ ਦਿਲਚਸਪੀ ਜ਼ਿਆਦਾ ਕਿਉਂ ਹੈ, ਬਾਕੀ ਵੀ 3 ਬਿੱਲ ਨੇ। ਜਾਂ ਤਾਂ ਸਾਂਝੀ ਇੱਕ ਚਿੱਠੀ ਹੁੰਦੀ ਹੈ, ਕਈ ਵਾਰ ਚੀਫ ਮਿਨਿਸਟਰ ਵੱਲੋਂ ਚਲੀ ਜਾਂਦੀ ਹੈ ਤਰਜੀਹੀ ਆਧਾਰ ਤੇ। ਇਹਨਾਂ ਤੇ ਅਸੀਂ ਮਹਿਸੂਸ ਕਰਦੇ ਹਾਂ ਅਸੈਂਬਲੀ ਨੇ ਭੇਜਿਆ ਹੋਇਆ ਤੇ ਤੁਸੀਂ ਤੁਰੰਤ ਜਾਂ ਜਲਦ ਤੋਂ ਜਲਦ ਇਹਨੂੰ ਦਿਓਗੇ, ਕੰਸੈਂਟ ਤੇ ਸਹਿਮਤੀ ਦੇ ਕੇ ਕਰੋਗੇ। ਔਰ ਉਹ ਕੇਵਲ ਜਿਹੜੀ ਸਿੱਖ ਗੁਰਦੁਆਰਾ ਐਕਟ ਅਮੈਂਡਮੈਂਟ ਦਾ ਸਵਾਲ ਹੈ ਉਹਦੇ ਨੂੰ ਹੀ ਤੁਸੀਂ ਪਰਸੂ ਕਰ ਰਹੇ ਸੀ। 15 ਜੁਲਾਈ ਨੂੰ ਉਹਨਾਂ ਨੇ ਚਿੱਠੀ ਭੇਜੀ, 17 ਨੂੰ ਗਵਰਨਰ ਸਾਹਿਬ ਨੇ ਭੇਜਤੀ। ਪਹਿਲੀ ਗੱਲ ਤਾਂ ਉਹਨਾਂ ਨੇ ਸਟਾਰਟਿੰਗ 'ਚ ਇਹ ਕਿਹਾ ਵੀ ਜਿਵੇਂ ਤੁਸੀਂ ਲਿਖੀ ਹੈ ਵਰਡਿੰਗ ਜਿਹੜੀ ਹੈ, ਮੈਂ ਉਹਦੇ ਤੇ ਤਾਂ ਨਹੀਂ ਜਾਂਦਾ, ਉਹਦੇ ਵਾਂਗ ਨਹੀਂ ਲਿਖਦਾ ਚਿੱਠੀ। ਕਿਉਂ ਨਹੀਂ ਲਿਖਦਾ? ਉਹਨਾਂ ਨੇ ਇਹ ਵੀ ਕਰਤਾ ਵੀ ਤੁਸੀਂ ਇੱਕ ਪਰਸਨਲ ਪਰਿਵਾਰ ਨਾਲ ਦਾ ਕੰਸਰਨ ਸ਼ੋ ਕੀਤਾ ਵੀ ਉਹ ਕਾਨੂੰਨ ਨਾਲ ਆ ਹੋ ਜਾਊਗਾ, ਜੇਕਰ ਨਹੀਂ ਲਾਗੂ ਹੁੰਦਾ ਤਾਂ ਫਲਾਣਾ ਪਰਿਵਾਰ ਫਲਾਣਾ ਇਹ ਉਹਨੂੰ ਫਾਇਦਾ ਹੋ ਜਾਊਗਾ। ਇਹਦੇ ਚ ਕੋਈ ਇਹੋ ਜਿਹਾ ਪਰਿਵਾਰਕ ਜਾਂ ਕੋਈ ਗੱਲ ਨਹੀਂ ਹੈ। ਪਰ ਨਾਲ ਦੀ ਨਾਲ ਉਹਨਾਂ ਇੱਕ ਗੱਲ ਕਹਿਤੀ, ਗਵਰਨਰ ਸਾਹਿਬ ਉੱਥੇ ਹੀ ਖੜੇ ਨੇ, ਦਾ ਮਤਲਬ ਸੈਸ਼ਨ ਹੋ ਚੁੱਕਿਆ ਹੈ, ਸੈਸ਼ਨ ਦੇ ਵਿੱਚ ਸਾਰਾ ਕੁਝ ਪਾਸ ਹੋ ਚੁੱਕਿਆ। ਉਹ ਕਹਿੰਦੇ 19 ਤੇ 20 ਜੂਨ ਨੂੰ 2023 ਨੂੰ ਜਿਹੜਾ ਇਹ 2 ਰੋਜ਼ਾ ਸੈਸ਼ਨ ਬੁਲਾਇਆ ਗਿਆ, ਉਦੋਂ ਪਹਿਲਾਂ ਗਵਰਨਰ ਨੇ ਇੱਕ ਚਿੱਠੀ ਲਿਖੀ ਸੀ ਸਪੀਕਰ ਨੂੰ। ਹਾਲਾਂਕਿ ਉਦੋਂ ਚਰਚਾ ਇਹ ਵੀ ਹੋ ਰਹੀ ਸੀ ਕਿ ਸਪੀਕਰ ਨੂੰ ਗਵਰਨਰ ਕਿਉਂ ਚਿੱਠੀ ਲਿਖੇ, ਜਾਂ ਸਪੀਕਰ ਨਾਲ ਕੋਈ ਲਾਗਾ ਦੇਗਾ ਨਹੀਂ। ਔਰ ਸਪੀਕਰ ਨੇ ਇੱਕ ਚਿੱਠੀ ਲਿਖਤੀ ਸੀ ਮੇਰੀ ਅੱਜ ਹੀ। ਇਸ ਤੋਂ ਬਾਅਦ ਗਵਰਨਰ ਸਾਹਿਬ ਦੀ ਚਿੱਠੀ ਤੋਂ ਬਾਅਦ ਸਪੀਕਰ ਨਾਲ, ਕੁਲਤਾਰ ਸਿੰਘ ਸੰਧਵਾ ਨਾਲ ਗੱਲ ਹੋਈ, ਤੁਸੀਂ ਕੀ ਜਵਾਬ ਦਿੱਤਾ ਸੀ ਤੇ ਹੁਣ ਕੀ ਕਰੋਗੇ, ਕਿਉਂਕਿ ਹੁਣ ਤੁਹਾਡੀ ਵਿਧਾਨ ਸਭਾ ਦੇ ਮਾਮਲੇ ਤੇ ਇੱਕ ਸਵਾਲ ਜਿਹੜਾ ਉਸ ਲੈਵਲ ਤੇ ਉਠਾਇਆ ਗਿਆ। ਉਹ ਕਹਿੰਦੇ ਸੀ ਅਸੀਂ ਉਦੋਂ ਜਵਾਬ ਦੇਤਾ ਸੀ ਉਹਨਾਂ ਨੂੰ ਕਿ ਤੁਹਾਡਾ ਇਹਦੇ ਚ ਕੋਈ ਲਾਗਾ ਦੇਗਾ ਨਹੀਂ, ਜਿਹੜਾ ਬਿਜ਼ਨਸ ਕੀ ਹੋਣਾ ਹੈ
ਉਹ ਤੁਸੀਂ ਨਹੀਂ ਦੇਖਣਾ। ਉੱਥੇ ਕਮੇਟੀ ਜਦੋਂ ਸੈਸ਼ਨ ਦੇ ਦੌਰਾਨ ਹੀ ਕਮੇਟੀ ਬਣਦੀ ਆ, ਉਹ ਤੈਅ ਕਰਦੀ ਹੈ ਕਿ ਆਹ ਬਿਜ਼ਨਸ ਹੋਊਗਾ ਤੇ ਆਹ ਜਾਏਗਾ ਨਹੀਂ ਜਾਏਗਾ। ਇਹ ਪਹਿਲਾਂ ਦਾ ਸਵਾਲ ਹੈ। ਜਿਹੜਾ ਸੈਸ਼ਨ ਬਣਾਉਣਾ ਉਹ ਗਵਰਨਮੈਂਟ ਦਾ ਰਾਈਟ ਹੈ ਤੇ ਸਪੀਕਰ ਉਹਦੇ ਮੁਤਾਬਕ ਸੈਸ਼ਨ ਧੰਮੜ ਕਰ ਲੈਂਦਾ ਕਿ ਤੁਹਾਡਾ ਇਹ ਕੋਈ ਗੱਲ ਨਹੀਂ ਹੈ ਇਸ ਪੱਧਰ ਦੀ। ਤੇ ਪਰ ਹੁਣ ਗਵਰਨਰ ਸਾਹਿਬ ਨੇ ਕਿਹਾ ਕਿ ਜਿਹੜੀ ਉਹ 19 ਤੇ 20 ਵਾਲੀ ਸੀ, ਮੈਂ ਲੀਗਲ ਰਾਏ ਲਈ ਸੀ, ਕਾਨੂੰਨੀ ਰਾਏ। ਮੈਨੂੰ ਇਹ ਰਾਏ ਮਿਲੀ ਕਿ ਇੱਕ ਗੈਰ ਕਾਨੂੰਨੀ ਔਰ ਪ੍ਰੋਸੀਜਰਲੀ ਤੌਰ ਦੇ ਉੱਤੇ ਜੋ ਪ੍ਰੋਸੀਜਰ ਅਪਣਾਇਆ ਗਿਆ ਉਹ ਠੀਕ ਪ੍ਰੋਸੀਜਰ ਨਹੀਂ ਸੀਗਾ। ਔਰ ਇਸੇ ਕਰਕੇ ਉਹ ਕਹਿ ਰਹੇ ਕਿ ਫਿਰ ਜਿਹੜੇ ਬਿੱਲ ਪਾਸ ਕੀਤੇ ਨੇ, ਇਹਦਾ ਮਤਲਬ ਉਸ ਦੇ ਦੌਰਾਨ ਜੇ ਉਹੀ ਗੈਰ ਕਾਨੂੰਨੀ ਹੈ ਤਾਂ ਉਹਦੇ ਵਿੱਚ ਪਾਸ ਕੀਤੀ ਗਈ ਬਿੱਲ ਵੀ ਗੈਰ ਕਾਨੂੰਨੀ ਗੈਰ ਪ੍ਰੋਸੀਜਰਲ ਨੇ, ਤੇ ਉਹਦੇ ਪ੍ਰਤੀ ਤਾਂ ਆਟੋਮੈਟਿਕਲੀ ਗੱਲ ਨਹੀਂ ਬਣਦੀ ਕਿ ਉਹਨਾਂ ਨੂੰ ਪਾਸ ਕੀਤਾ ਜਾਏ ਜਾਂ ਕੀ। ਤੇ ਉਹ ਕਹਿ ਰਹੇ ਨੇ ਵੀ ਇਹਦੇ ਤੇ ਅਜੇ ਹੋਰ ਮੈਂ ਆਪਣਾ ਮਾਈਂਡ ਅਪਲਾਈ ਕਰਨ ਦੇ ਵਾਸਤੇ ਮੈਂ ਸੀਰੀਅਸਲੀ ਕੰਸੀਡਰ ਕਰ ਰਿਹਾ, ਸੀਰੀਅਸਲੀ ਸੋਚ ਰਿਹਾ ਕਿ ਕੀ ਅਟਾਰਨੀ ਜਨਰਲ ਆਫ ਇੰਡੀਆ ਦੀ ਰਾਏ ਲਈ ਜਾਵੇ ਇਹਦੇ ਤੇ। ਦੂਜਾ, ਇਹਨੂੰ ਰਿਜ਼ਰਵ ਰੱਖ ਲਿਆ ਜਾਏ ਅਤੇ ਇਹਨੂੰ ਰਾਸ਼ਟਰਪਤੀ ਦੀ ਸਹਿਮਤੀ ਲਈ ਜਾਂ ਕੰਸੈਂਟ ਲਈ ਭੇਜ ਦਿੱਤਾ ਜਾਏ। ਮੈਂ ਇਹਦੇ ਤੇ ਸੀਰੀਅਸਲੀ ਉਹ ਕਰ ਰਿਹਾ। ਜੋ ਵੀ ਮੇਰਾ ਰਾਏ ਬਣੂਗੀ, ਜੇ ਫਿਰ ਉਹ ਰਾਏ ਬਣਦੀ ਹੈ, ਪਹਿਲੀ ਰਾਏ ਇਹ, ਜੇ ਉਹ ਗੈਰ ਕਾਨੂੰਨੀ ਨਹੀਂ ਹੈ ਸੈਸ਼ਨ, ਤਾਂ ਬਿਨਾਂ ਤੇ ਕੋਈ ਗੱਲ ਅਗਲੀ ਕੀਤੀ ਜਾਊਗੀ। ਜੇ ਉਹ ਇਹ ਆ ਗਿਆ ਕਿ ਨਹੀਂ ਜੀ ਇਹ ਹੈ ਠੀਕ ਹੈ ਸੈਸ਼ਨ, ਤਾਂ ਉਹਨਾਂ ਤੇ ਅਕੋਰਡਿੰਗਲੀ ਕੰਮ ਅੱਗੇ ਸਟਾਰਟ ਕੀਤਾ ਜਾਊਗਾ ਸ਼ੁਰੂ। ਅਜੇ ਉਹਨਾਂ ਦੇ ਐਕਟਿਵ ਕੰਸੀਡਰੇਸ਼ਨ ਚਾਹੇ ਕਿ ਉਹਨਾਂ ਨੂੰ ਭੇਜਣਾ, ਕਿਹਨੂੰ ਨਹੀਂ ਭੇਜਣਾ, ਇਹ ਇੱਕ ਮਾਮਲਾ ਉੱਥੇ ਹੈ। ਇਹਦਾ ਮਤਲਬ ਬਿੱਲ ਠੰਡੇ ਬਸਤੇ ਚ ਅਜੇ ਪੈ ਗਏ ਨੇ, ਐਡਾ ਕੋਈ ਗੱਲ ਨਹੀਂ। ਹਾਂ, ਵੈਸੇ ਜਿਹੜਾ ਪੁਆਇੰਟ ਗਵਰਨਰ ਸਾਹਿਬ ਨੇ ਬਣਾਇਆ, ਇਹਦੀ ਬਜਾਏ ਦੂਜੇ ਪੁਆਇੰਟ ਵੀ ਰਾਸ਼ਟਰਪਤੀ ਨੂੰ ਕਈ ਚੀਜ਼ਾਂ ਭੇਜਣ ਵਾਲੀਆਂ ਹੁੰਦੀਆਂ ਨੇ। ਜੇ 1925 ਦੇ ਐਕਟ ਦਾ ਮਾਮਲਾ ਵੀ ਹੈ, ਜੇ ਉਹ ਸਮਝਦੇ ਨੇ ਵੀ ਇਹ ਪਾਰਲੀਮੈਂਟ ਦਾ ਐਕਟ ਹੈ, ਤਾਂ ਵੀ ਕਈ ਵਾਰ ਭੇਜਿਆ ਜਾਂਦਾ। ਔਰ ਜੇਕਰ ਦੂਜੇ ਜਿਹੜੇ ਪੁਲਿਸ ਦੀ ਅਮੈਂਡਮੈਂਟ ਦਾ ਐਕਟ ਹੈ, ਉਹ ਵੀ ਕਈ ਵਾਰ ਭੇਜਿਆ ਜਾਂਦਾ। ਯੂਨੀਵਰਸਿਟੀ ਦੇ ਚਾਂਸਲਰ ਲਾਉਣ ਜਾਂ ਨਾ, ਕਈ ਵਾਰ ਉਹ ਵੀ ਜੇ ਉਹਨੂੰ ਲੱਗੇ ਕਿ ਇਹ ਪੰਜਾਬ ਦੇ ਅਸੈਂਬਲੀ ਦੇ ਦਾਇਰੇ ਤੋਂ ਬਾਹਰ ਹੈ, ਤਾਂ ਕਈ ਵਾਰ ਭੇਜ ਸਕਦੇ ਨੇ। ਉਹ ਇੱਕ ਅਲੱਗ ਪਹਿਲੂ ਹੁੰਦਾ। ਪਰ ਜਿਹੜੀ ਅੜੀ ਕਰਕੇ ਉਹ ਬੈਠੇ ਹੋਏ ਨੇ, ਜਾਂ ਤਾਂ ਜਿਹੜਾ ਉਹ ਗੈਰ ਕਾਨੂੰਨੀ ਉਹਨਾਂ ਨੇ ਗੱਲ ਕੀਤੀ ਸੀ, ਉਹ ਕੋਰਟ ਜਾਂਦਾ, ਜਿੱਥੇ ਮਰਜੀ ਕੋਈ ਜਾਂਦਾ, ਕੋਈ ਧਿਰ ਉੱਥੇ ਹੀ ਖੜ ਜਾਂਦਾ। ਜਦੋਂ ਸੈਸ਼ਨ ਹੋ ਚੁੱਕਿਆ, ਇਹ ਪਬਲਿਕ ਬਿੱਲ ਹੈ, ਲੋਕਾਂ ਦੀ ਕਰ ਰਾਏ ਹੈ, ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਸਪੀਕਰ ਦੀ ਪ੍ਰਧਾਨਗੀ ਦੇ ਵਿੱਚ ਇੱਕ ਸੈਸ਼ਨ ਹੋਇਆ, ਹਾਊਸ ਹੋਇਆ ਟੋਟਲ, ਉਹਦੇ ਚ ਕਾਰਗੁਜ਼ਾਰੀ ਸਾਰੀ ਹੋਈ ਆ। ਉਹਦੇ ਚ ਮੈਨੂੰ ਲੱਗਦਾ ਗਵਰਨਰ ਦਾ ਕੋਈ ਰੋਲ, ਕੋਈ ਲਾਗਾ ਦੇਗਾ ਹੈ ਨਹੀਂ। ਗਵਰਨਰ ਕੋਈ ਐਗਜ਼ੈਕਟਿਵ ਪਾਵਰ ਜਿਹੜੀਆਂ ਗਵਰਨਰ ਦੇ ਕੋਲ ਨੇ, ਕੋਈ ਵੀ ਐਗਜ਼ੈਕਟਿਵ ਪਾਵਰ ਵਿਧਾਨ ਸਭਾ ਤੇ ਨਹੀਂ ਥੋਪੀ ਜਾ ਸਕਦੀ। ਜਿਹੜੀ ਲੈਜਿਸਲੇਚਰ ਹੈ, ਜਿਹੜੀ ਸੁਪਰੀਮ ਹੈ, ਲਾ ਬਣਾਉਣ ਦੇ ਮਾਮਲੇ ਚ ਔਰ ਕੋਈ ਰੂਲਸ ਰੈਗੂਲੇਸ਼ਨ ਜਾਂ ਪ੍ਰੋਸੀਜਰ ਉਸ ਅਡਾਪਟ ਕਰਨ ਦੇ ਮਾਮਲੇ ਚ, ਇਹਦੇ ਚ ਹੁਣ ਗਵਰਨਰ ਸਾਹਿਬ ਕਿੱਥੇ ਤੱਕ ਅੜੀ ਕਰਨਗੇ, ਕੀ ਕਰਨਗੇ, ਉਹ ਅਲੱਗ ਸਵਾਲ ਹੈ ਉਸ ਮਾਮਲੇ ਦਾ। ਔਰ ਦੂਜੀ ਗੱਲ ਇਹ ਹੈ ਕਿ ਗਵਰਨਰ ਸਾਹਿਬ ਨੂੰ ਵੀ ਮੇਰੇ ਖਿਆਲ ਹੈ ਕੋਈ ਗੱਲ ਐਡੀ ਕਿ ਸੌਖੀ ਨਹੀਂ ਹੈ। ਔਰ ਅੱਜ ਹੀ ਪੰਜਾਬ ਦੇ ਮੁੱਖ ਮੰਤਰੀ ਵੀ ਨਸ਼ੇ ਤੇ ਕਈ ਮੁੱਦਿਆਂ ਤੇ ਲੈ ਕੇ ਕੇਂਦਰੀ ਗ੍ਰਹਿ ਮੰਤਰੀ ਨਾਲ ਵੀ ਆਨਲਾਈਨ ਮੀਟਿੰਗ ਦੇ ਵਿੱਚ ਸੀਗੇ। ਅੱਜ ਹੀ ਗਵਰਨਰ ਸਾਹਿਬ ਚਿੱਠੀ ਲਿਖਦੇ ਨੇ ਉਸੇ ਸਾਰੇ ਮਾਮਲੇ ਦੇ ਵਿੱਚ। ਤਾਂ ਕਿਤੇ ਗ੍ਰਹਿ ਮੰਤਰੀ ਸਾਹਿਬ ਚੀਫ ਮਿਨਿਸਟਰ ਨਾਲ ਵੀ ਥੋੜੀ ਬਹੁਤ ਹਮਨਵਿੰਗ ਰੱਖਦੇ ਨੇ, ਕਿਸੇ ਨਾ ਕਿਸੇ ਤਰੀਕੇ ਨਾਲ ਮਿਲਦੇ ਮੁਲਦੇ ਰਹਿੰਦੇ ਨੇ। ਤੇ ਇੰਨਾ ਕਿ ਗਵਰਨਰ ਸਾਹਿਬ ਨੂੰ ਕਿਉਂ ਨਹੀਂ ਕਹਿੰਦੇ ਫਿਰ ਵੀ ਤੁਸੀਂ ਸਰਕਾਰ ਦਾ ਢਾਂਚਾ ਅਸੈਂਬਲੀਆਂ ਦਾ ਠੀਕ ਤਰੀਕੇ ਨਾਲ ਚੱਲਣ ਦਿਓ ਔਰ ਇਹਦੇ ਚ ਕੋਈ ਦਖਲ ਅੰਦਾਜ਼ੀ ਹੋ। ਕਿਉਂਕਿ ਗਵਰਨਰ ਸਾਹਿਬ ਇਹ ਕਹਿੰਦੇ ਨੇ ਮੈਂ ਸੰਵਿਧਾਨ ਦਾ ਰਖਵਾਲਾ, ਮੈਨੂੰ ਸੰਵਿਧਾਨ ਨੇ ਪਾਵਰ ਦਿੱਤੀ ਹੈ। ਇੱਕ ਗੱਲ ਉਹਨਾਂ ਦੀ ਠੀਕ ਹੈ ਇੰਨੀ ਕਿ ਜਿਹੜੀ ਚੀਜ਼ ਕੈਬਨਿਟ ਦੇ ਵਿੱਚ ਆਉਂਦੀ ਹੈ, ਕੈਬਨਿਟ 'ਚ ਕੋਈ ਫੈਸਲੇ ਹੁੰਦੇ ਨੇ ਲੋਕਾਂ ਦੇ ਹਿੱਤ ਦੇ ਜਾਂ ਵੱਖਰੇ, ਉਹਦੀ ਸੂਚਨਾ ਉਹਨਾਂ ਤੱਕ ਜਾਵੇ। ਇਹ ਸੁਪਰੀਮ ਕੋਰਟ ਦੀ ਵੀ ਗੱਲ ਉਹ ਵਾਰ-ਵਾਰ ਕੋਟ ਕਰਦੇ ਨੇ ਕਿ ਇਹਦੇ 'ਚ ਗੁਰੇਜ਼ ਨਹੀਂ ਕਰਨਾ ਚਾਹੀਦਾ ਸਰਕਾਰ ਨੂੰ ਕਿ ਉਹ ਗਵਰਨਰ ਨੂੰ ਸੂਚਿਤ ਕਰਦੇ ਉਹਨਾਂ ਸਾਰੇ ਮਾਮਲਿਆਂ ਦੇ ਵਿੱਚ। ਪਰ ਉਦੋਂ ਅੱਗੇ ਵੱਧ ਕੇ ਇੱਕ ਪੈਰਲਲ ਗਵਰਨਮੈਂਟ ਦੀ ਤਰ੍ਹਾਂ ਜਿਹੜਾ ਵਰਤਾਅ ਗਵਰਨਰ ਕਰੇ, ਇਹ ਵੀ ਕਿਸੇ ਡੈਮੋਕ੍ਰੇਸੀ 'ਚ ਕੋਈ ਇਜਾਜ਼ਤ ਨਹੀਂ ਹੋ ਸਕਦੀ, ਕਿਸੇ ਵੀ ਤਰ੍ਹਾਂ ਨਹੀਂ ਹੋ ਸਕਦੀ ਕਿਸੇ ਮਾਮਲੇ ਦੇ ਵਿੱਚ। ਔਰ ਇਹ ਜਿਹੜਾ ਲੈਟਰ ਬੰਬ ਨੇ ਨਾ, ਚਿੱਠੀ, ਉਹ ਤੇ ਬੰਬ ਸਿੱਟਤਾ, ਇੱਕ ਚਿੱਠੀ ਬੰਬ, ਇੱਕ ਉਹ ਠੰਡੀ ਜੰਗ ਹੈ ਇੱਕ ਟਾਈਪ ਦੀ। ਔਰ ਠੰਡੀ ਜੰਗ ਜੇ ਵਿਧਨ ਪ੍ਰਸ਼ਾਸਨ ਹੀ ਰਹੂਗੀ ਤਾਂ ਪੰਜਾਬ ਦੇ ਵਿੱਚ ਕੌਣ ਬਾਕੀ ਦੇ ਮੁੱਦਿਆਂ ਤੇ ਸੋਚੇਗਾ, ਸੀਰੀਅਸ ਮੁੱਦਿਆਂ ਤੇ ਗੱਲਬਾਤ ਕਿਵੇਂ ਹੋਏਗੀ, ਬਾਕੀ ਕੀ। ਔਰ ਮੇਰਾ ਖਿਆਲ ਹੈ ਇੱਕ ਪ੍ਰਸ਼ਾਸਨਿਕ ਫੇਲਿਅਰ ਵੀ ਹੈ, ਉੱਪਰੋਂ ਜੋ ਮਰਜ਼ੀ ਹੋਵੇ, ਪਰ ਜਿਹੜਾ ਪਰਮਾਨੈਂਟ ਪ੍ਰਸ਼ਾਸਨ ਹੁੰਦਾ, ਬਿਊਰੋਕ੍ਰੇਸੀ ਹੁੰਦੀ ਹੈ, ਚਾਹੇ ਉਹ ਗਵਰਨਰ ਦੇ ਪ੍ਰਿੰਸੀਪਲ ਸੈਕਟਰੀ ਹੋਣ, ਚਾਹੇ ਉਹ ਪੰਜਾਬ ਦੇ CM ਦੇ ਹੋਣ, ਚਾਹੇ ਉਹ ਚੀਫ ਸੈਕਟਰੀ ਹੋਣ, ਉਹ ਵੀ ਵਿੱਚ ਪੈ ਕੇ ਐਵੇਂ ਕੇਵਲ ਚੀਜ਼ਾਂ ਕੰਸਟੀਟਿਊਸ਼ਨਲੀ ਸੋਲਵ ਕਰਾਉਣ ਚ ਰੋਲ ਪਲੇ ਕਰ ਦਿੰਦੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ। ਔਰ ਕਿਤੇ ਨਾ ਕਿਤੇ ਫੇਲਿਅਰ ਨਜ਼ਰ ਆ ਰਹੀ ਹੈ ਸਾਰੇ ਮਾਮਲਿਆਂ ਦੇ ਵਿੱਚ। ਜੀ ਸਰਦਾਰ ਜਗਤਾਰ ਸਿੰਘ ਜੀ, ਆਮ ਤੌਰ ਤੇ ਮੰਨਿਆ ਜਾਂਦਾ ਹੈ ਕਿ ਗਵਰਨਰ ਨੂੰ ਜੇ ਕੋਈ ਬਿੱਲ ਉਹਦੇ ਵਿੱਚ ਖਾਮੀ ਲੱਗੇ ਜਾਂ ਉਹ ਵਾਪਸ ਭੇਜ ਦਿੰਦੇ ਆ, ਦੁਬਾਰਾ ਇੱਕ ਵਾਰੀ ਵਿਚਾਰ ਲਈ ਭੇਜ ਦਿੰਦੇ ਆ। ਔਰ ਬਹੁਤੀ ਵਾਰੀ
ਜਦੋਂ ਵਾਪਸ ਗਵਰਨਮੈਂਟ ਭੇਜਦੀ ਹੈ ਗਵਰਨਰ ਵੱਲ ਤੇ ਉਹ ਉਹਨਾਂ ਨੂੰ ਪ੍ਰਵਾਨ ਚੀਜ਼ਾਂ ਕਰਨੀਆਂ ਪੈਂਦੀਆਂ, ਜਾਂ ਫਿਰ ਜੇ ਕਿਧਰੇ ਬਹੁਤ ਕੋਈ ਪੰਗੇ ਵਾਲੀ ਚੀਜ਼ ਹੋਵੇ ਤਾਂ ਇਹ ਅੱਗੇ ਫਾਰਵਰਡ ਕਰਤੀ ਜਾਂਦੀ ਜਾਂ ਦੱਬ ਲਈ ਜਾਂਦੀ ਹੈ। ਇਹ ਮਾਮਲਾ ਹੀ ਕੁਝ ਹੋਰ ਤਰ੍ਹਾਂ ਨਾਲ ਚਲੇ ਗਿਆ। ਗਵਰਨਰ ਸਾਹਿਬ ਨੂੰ ਵੀ ਅੰਦਾਜ਼ਾ ਤਾਂ ਹੋਊਗਾ ਕਿ ਜੇਕਰ ਵਿਧਾਨ ਸਭਾ ਦੇ ਸਪੀਕਰ ਵੱਲੋਂ ਇਸ ਸੈਸ਼ਨ ਨੂੰ ਬੁਲਾਇਆ ਗਿਆ, ਨਿਯਮ ਕਾਇਦੇ ਤਾਂ ਉਹਨਾਂ ਵੀ ਦੇਖੇ ਹੋਣਗੇ। ਜੇ ਪਿਛਲਾ ਹਾਊਸ ਉਹਦੀ ਕਾਰਵਾਈ ਅਡਜਰਨ ਨਹੀਂ ਹੋਈ, ਉਹਨੂੰ ਅੱਗੇ ਨਹੀਂ ਪੂਰੀ ਤਰ੍ਹਾਂ ਇਸ ਤਰ੍ਹਾਂ ਕੀਤਾ ਗਿਆ, ਉਹਨਾਂ ਕੋਲ ਸੰਵਿਧਾਨਕ ਰਾਈਟ ਸੀ ਕਿ ਉਹ ਫਿਰ ਕਨਵੀਨ ਕਰ ਸਕਦੇ ਸੀ ਤੇ ਉਹਨਾਂ ਕੀਤਾ, ਤੇ ਫਿਰ ਗਵਰਨਰ ਸਾਹਿਬ ਇਸ ਮਾਮਲੇ ਨੂੰ ਫਿਲਹਾਲ ਅਟਾਰਨੀ ਜਨਰਲ ਕੋਲ ਭੇਜ ਰਹੇ ਆ ਜਾਂ ਰਾਸ਼ਟਰਪਤੀ ਕੋਲ ਭੇਜ ਰਹੇ ਆ। ਫਿਰ ਤਾਂ ਮੈਨੂੰ ਲੱਗਦਾ ਕਿ ਦੋ ਪਹਿਲੂ, ਇੱਕ ਬੰਨੇ ਤਾਂ ਉਹ ਕਹਿ ਰਹੇ ਕਿ ਗੈਰ ਕਾਨੂੰਨੀ ਆ, ਦੂਜੇ ਬੰਨੇ ਇਸ ਬਿੱਲ ਨੂੰ ਜੇ ਭੇਜਣ ਦੀ ਗੱਲ ਕਰ ਰਹੇ ਆ। ਇੱਕ ਵਾਰੀ ਜਰਾ ਸਥਿਤੀ ਨੂੰ ਹੋਰ ਥੋੜਾ ਜਿਹਾ ਅੱਗੇ ਵਧਾਇਓ ਕਿ ਗਵਰਨਰ ਸੁਨੇਹਾ ਕੀ ਦੇਣਾ ਚਾਹ ਰਿਹਾ। ਇਹ ਟਕਰਾਅ ਕੇਂਦਰ ਤੇ ਸਟੇਟ ਗਵਰਨਮੈਂਟ ਦਾ ਹੈ ਜਾਂ ਇਹ ਵਿਅਕਤੀਗਤ ਤੌਰ ਤੇ ਬਨਵਾਰੀ ਲਾਲ ਪੁਰੋਹਿਤ ਔਰ ਭਗਵੰਤ ਮਾਨ ਦੀ ਲੜਾਈ ਆਪਸ ਵਿੱਚ ਜਿਹੜੀ ਆ ਉਹਦਾ ਹੀ ਅਗਲਾ ਹਿੱਸਾ ਹੈ? ਟੈਕਨੀਕਲੀ ਮੈਂ ਦੋ ਇਸ਼ੂ ਪਹਿਲਾਂ ਕਲੀਅਰ ਕਰਦੇ ਹਾਂ ਜਿੰਨੀ ਕਿ ਮੇਰੀ ਸਮਝ ਹੈਗੀ ਹੈ। ਗੁਰਬਾਣੀ ਦਾ ਲਾਈਵ ਟੈਲੀਕਾਸਟ ਦਾ ਸਿੱਖ ਗੁਰਦੁਆਰਾ ਐਕਟ 1925 ਨਾਲ ਕੋਈ ਸੰਬੰਧ ਨਹੀਂ। ਇਹਦੇ ਵਾਸਤੇ ਇਸ ਅਮੈਂਡਮੈਂਟ ਦੀ ਕੋਈ ਲੋੜ ਨਹੀਂ ਸੀ। ਜਿਹੜੀ ਇਹ ਲਾਈਵ ਟੈਲੀਕਾਸਟ ਸ਼ੁਰੂ ਹੋਈ ਸੀ ਕਿਸੇ ਐਕਟ ਦੇ ਥੱਲੇ ਸ਼ੁਰੂ ਨਹੀਂ ਹੋਈ। ਭਗਵੰਤ ਮਾਨ ਜੀ ਨੂੰ ਇਹਦਾ ਇਤਿਹਾਸ ਪਤਾ ਹੋਣਾ ਚਾਹੀਦਾ। ਇਹਦੇ ਤਾਂ ਬੜੇ ਲੰਬੇ ਕਿਤੇ ਡਿਮਾਂਡ ਰਹੀ ਹੈ ਕਿਤੇ ਕਿਸੇ ਜ਼ਮਾਨੇ 'ਚ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਦੀ ਕਿ ਲਾਈਵ ਉਦੋਂ ਟੈਲੀਕਾਸਟ ਹੁਣ ਕਿੰਨੇ ਉਹ ਬ੍ਰੌਡਕਾਸਟ ਹੁੰਦੀ ਸੀਗੀ, ਕੀਰਤਨ ਦੀ ਲਾਈਵ ਬ੍ਰੌਡਕਾਸਟ ਸ਼ੁਰੂ ਕੀਤੀ ਜਾਵੇ ਆਲ ਇੰਡੀਆ ਰੇਡੀਓ ਤੋਂ। ਸੋ ਲੰਬਾ ਇਤਿਹਾਸ ਹੋਤਾ ਉਹਦਾ। ਕਮੇਟੀ ਐਕਟ ਦੀ ਅਮੈਂਡਮੈਂਟ ਦੇ ਨਾਲ ਕੋਈ ਤਲਕ ਨਹੀਂ। ਇਹ ਮੇਰੇ ਖਿਆਲ ਪੰਜਾਬ ਨੂੰ ਇਸ ਇਸ਼ੂ ਤੇ ਲਗਾਤਾਰ ਗੁੰਮਰਾਹ ਕੀਤਾ ਜਾ ਰਿਹਾ। ਗੱਲ ਕਲੀਅਰ ਹੋਣੀ ਚਾਹੀਦੀ ਹੈ। ਸਰਕਾਰ ਦਰਬਾਰ ਸਾਹਿਬ ਦੇ ਮੈਨੇਜਮੈਂਟ ਦੇ ਵਿੱਚ ਕਿਸੇ ਤਰੀਕੇ ਦਾ ਕੋਈ ਦਖਲ ਨਹੀਂ ਦੇ ਸਕਦੀ। ਇੱਕ ਗੱਲ ਕਲੀਅਰ। ਦੂਜੀ ਗੱਲ, ਜਿਸ ਤੱਕ ਸੈਸ਼ਨ ਦੀ ਗੱਲ ਹੈ, ਜਿਹੜੀ ਸਾਡੀ ਪਰਸੈਪਸ਼ਨ ਹੈ ਲਗਾਤਾਰ ਇਹਨੇ ਸਾਲਾਂ ਤੋਂ ਅਸੀਂ ਸੈਸ਼ਨ ਕਵਰ ਕਰਦੇ ਆ ਰਹੇ ਹਾਂ। ਇੱਕ ਹੁੰਦੀ ਹੈ ਸਾਇਲੈਂਟ ਅਡਜਰਨਮੈਂਟ ਜੀ। ਨਾਰਮਲ ਅਖੀਰਲੇ ਦਿਨ ਸਪੀਕਰ ਅਨਾਉਂਸ ਕਰ ਦਿੰਦਾ ਹੈ ਕਿ ਹਾਊਸ ਇਜ਼ ਅਡਜਰਨ ਸਾਇਲੈਂਟ ਆਫਟਰ ਦੀ ਸਿਟਿੰਗ। ਉਹਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਉਸ ਤੋਂ ਬਾਅਦ ਜਦੋਂ ਮਰਜ਼ੀ ਹਾਊਸ ਨੂੰ ਰੀਕਾਲ ਕਰ ਲਓ, ਦੁਬਾਰਾ ਸਮਨ ਕਰ ਲਓ। ਜਦੋਂ ਸਰਕਾਰ ਰਿਕਮੈਂਡ ਕਰੇਗੀ ਸਪੀਕਰ ਹਾਊਸ ਸਮਨ ਕਰ ਲੇਗਾ। ਉਹਦੇ ਵਾਸਤੇ ਗਵਰਨਰ ਦੀ ਲੋੜ ਨਹੀਂ। ਜਿਹੜਾ ਸਾਡਾ ਆਪਣਾ ਤਜਰਬਾ ਉਹਦੀ ਗੱਲ ਕਰ ਰਹੇ। ਉਸ ਤੋਂ ਬਾਅਦ ਸਰਕਾਰ ਦਾ ਇੱਕ ਨੋਟੀਫਿਕੇਸ਼ਨ ਆਇਆ ਕਰਦਾ ਹੁੰਦਾ ਕੁਝ ਦਿਨਾਂ ਬਾਅਦ ਕਿ ਹਾਊਸ ਸਟੈਂਡਸ ਪ੍ਰੋਰੋਗਡ। ਜਦੋਂ ਪ੍ਰੋਰੋਗ ਹੋ ਜਾਏ ਫਿਰ ਪ੍ਰੋਪਰ ਪ੍ਰੋਸੀਜਰ ਉਹਦਾ ਫਾਲੋ ਕਰਨਾ ਪੈਂਦਾ ਹੈ। ਇਸ ਕੇਸ ਦੇ ਵਿੱਚ ਇਹ ਹਾਊਸ ਪ੍ਰੋਰੋਗ ਨਹੀਂ ਸੀ ਹੋਇਆ, ਇਹ ਸਾਇਲੈਂਟ ਅਡਜਰਨਮੈਂਟ ਸੀਗੀ। ਸੋ ਟੈਕਨੀਕਲੀ ਜਿੰਨੀ ਸਾਨੂੰ ਸਮਝ ਆ ਉਹਦੇ ਹਿਸਾਬ ਤੇ ਸਰਕਾਰ ਠੀਕ ਸੀ। ਹੁਣ ਗਵਰਨਰ ਸਾਹਿਬ ਦੀ ਪਰਸੈਪਸ਼ਨ ਇਹ ਹੈ ਕਿ ਜਿਹੜੀ ਉਹਨਾਂ ਨੇ ਐਡਵਾਈਸ ਲਈ ਹੈ ਉਹਦੇ 'ਚ ਕਹਿੰਦੇ ਵੀ ਸਾਨੂੰ ਇਹ ਆ ਰਹੀ ਹੈ ਕਿ ਇਹ ਇਲੀਗਲ ਹੈ। ਹੁਣ ਮਸਲਾ ਸਿਰਫ ਸੀਐਮ ਵਰਸਸ ਗਵਰਨਰ ਨਹੀਂ ਹੈ। ਜਦੋਂ ਹਾਊਸ ਦੀ ਕੰਸਟੀਟਿਊਸ਼ਨੈਲਿਟੀ ਆ ਗਈ ਸਿਟਿੰਗ ਦੀ, ਉਹਦੇ ਵਿੱਚ ਸਿੱਧਾ ਸਪੀਕਰ ਵਰਸਸ ਗਵਰਨਰ ਹੈ ਜੀ। ਜਿਹੜੀ ਹਾਊਸ ਦੀ ਫੰਕਸ਼ਨਿੰਗ ਹੈਗੀ ਹੈ ਉਹਦੇ ਨਾਲ ਸਿੱਧਾ ਕੰਸਰਨ ਸਪੀਕਰ ਨਾਲ ਹੈ। ਇਹ ਸਪੀਕਰ ਕੰਸਟੀਟਿਊਸ਼ਨਲ ਪੁਆਇੰਟ ਕਲੀਅਰ ਕਰਨ ਸਾਰੀ ਗੱਲ ਤੇ ਆ ਕੇ ਵੀ ਇਹ ਪ੍ਰੋਸੀਜਰ ਕਿੱਥੇ ਠੀਕ ਹੈ ਕਿੱਥੇ ਗਲਤ ਹੈਗਾ, ਉੱਥੇ ਗੱਲ ਕਲੀਅਰ ਹੋ ਜਾਏਗੀ। ਜਿਹੜੀ ਇਹਨਾਂ ਨੇ ਕਹੀ ਹੈ ਕਿ ਅਸੀਂ ਜਾਵਾਂਗੇ ਪ੍ਰੈਜ਼ੀਡੈਂਟ ਨੂੰ ਭੇਜਾਂਗੇ, ਰਾਈਟ ਹੈ ਗਵਰਨਰ ਪ੍ਰੈਜ਼ੀਡੈਂਟ ਨੂੰ ਭੇਜ ਸਕਦਾ ਹੈ। ਆਪਾਂ 2004 ਦੇ ਵਿੱਚ ਜਦੋਂ ਵਾਟਰ ਟਰਮੀਨੇਸ਼ਨ ਐਕਟ ਕੈਪਟਨ ਅਮਰਿੰਦਰ ਸਿੰਘ ਨੇ ਪਾਸ ਕੀਤਾ ਸੀ, ਕੈਪਟਨ ਅਮਰਿੰਦਰ ਸਿੰਘ ਹਾਊਸ ਦੇ ਵਿੱਚ ਬਿੱਲ ਕਲੀਅਰ ਹੋਣ ਤੋਂ ਬਾਅਦ 2 ਘੰਟੇ ਬਾਅਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਤੇ ਹੋਰ ਲੀਡਰਾਂ ਨੂੰ ਨਾਲ ਲੈ ਕੇ ਇਮੀਡੀਏਟਲੀ ਫਾਈਲ ਪਰਸਨਲੀ ਹੱਥ 'ਚ ਲੈ ਕੇ ਗਵਰਨਰ ਕੋਲ ਗਏ ਸੀ ਸਾਈਨ ਕਰਾਉਣ। ਤੇ ਉਸ ਤੋਂ ਬਾਅਦ ਉਹਨਾਂ ਨੇ ਸਾਈਨ ਕਰਕੇ ਫਾਈਲ ਦਿੱਲੀ ਭੇਜਤੀ ਸੀਗੀ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ। ਉੱਥੋਂ ਸੁਪਰੀਮ ਕੋਰਟ ਤੱਕ ਗਈ ਸੀਗੀ ਫਾਰ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ। ਇਹ ਪ੍ਰੋਸੀਜਰ ਹੈ। ਇਸ ਕੇਸ ਦੇ ਵਿੱਚ ਜੇ ਇਹ ਕੰਸਟੀਟਿਊਸ਼ਨਲ ਕ੍ਰਾਈਸਿਸ ਵੱਲ ਗੱਲ ਚਲੀ ਗਈ ਤੇ ਫਿਰ ਇਹ ਮਾਮਲਾ ਜਾਏਗਾ ਸੁਪਰੀਮ ਕੋਰਟ ਦੇ ਵਿੱਚ। ਇਹ ਉਰੇ ਨਹੀਂ ਠਹਿਰਦਾ। ਫਿਰ ਇਹਨੂੰ ਕੰਸਟੀਟਿਊਸ਼ਨਲ ਬੈਂਚ ਸੁਪਰੀਮ ਕੋਰਟ ਦਾ ਉੱਥੇ ਤੱਕ ਮੇਰੇ ਖਿਆਲ ਦੇ ਵਿੱਚ ਇਹ ਗੱਲ ਜਾਏਗੀ ਜੀ। ਲੰਬਾ ਪ੍ਰੋਸੀਜਰ ਹੈ। ਪਰ ਕੀ ਜੇ ਗਵਰਨਰ ਦੀ ਜਿਹੜੀ ਫੰਕਸ਼ਨਿੰਗ ਹੈ ਇਹ ਸਰਕਾਰ ਨੂੰ ਪੈਰਾਲਾਈਜ਼ ਕਰਨ ਦੇ ਵਿੱਚ ਹੈ, ਕਰਨ ਵੱਲ। ਜੇ ਇਹ ਪੈਰਾਲਾਈਜ਼ ਕਰਨ ਦੀ ਗੱਲ ਹੋ ਰਹੀ ਹੈ ਸਰਕਾਰ ਨੂੰ ਕੰਸਟੀਟਿਊਸ਼ਨਲ ਤਰੀਕੇ ਦੇ ਨਾਲ, ਕੀ ਇਹ ਸਿਰਫ ਗਵਰਨਰ ਹੀ ਇਨਵਾਲਵ ਹੈ? ਕੋਈ ਬਰਾਡਰ ਪੋਲਿਟਿਕਸ ਦਿੱਲੀ ਦੀ ਬੀਜੇਪੀ ਦੀ ਇਹਦੇ ਪਿੱਛੇ ਤਾਂ ਨਹੀਂ ਹੈ? ਇੱਕ ਪਾਸੇ ਪਹਿਲਾਂ ਪੰਜਾਬ 'ਚ ਇਹ ਪਰਸੈਪਸ਼ਨ ਬਣ ਗਈ ਸੀਗੀ ਕਿ ਭਗਵੰਤ ਮਾਨ ਦੇ ਰਿਲੇਸ਼ਨ ਦਿੱਲੀ ਦੇ ਵਿੱਚ
ਬੀਜੇਪੀ ਸਰਕਾਰ ਨਾਲ, ਖਾਸ ਕਰਕੇ ਅਮਿਤ ਸ਼ਾਹ ਹੋਰਾਂ ਨਾਲ ਬਹੁਤ ਵਧੀਆ ਹੈ। ਫੰਕਸ਼ਨਲ ਰਿਲੇਸ਼ਨਸ਼ਿਪ ਸੀਐਮ ਦੇ ਨਾਲ ਹੋਮ ਮਿਨਿਸਟਰ, ਖਾਸ ਕਰਕੇ ਪੰਜਾਬ ਦੇ ਵਿੱਚ, ਉਹ ਨਾਰਮਲ ਪ੍ਰੋਸੀਜਰ ਹੈ, ਉਹਦੇ 'ਚ ਕੋਈ ਐਸੀ ਗੱਲ ਨਹੀਂ ਹੁੰਦੀ, ਮੀਟਿੰਗਾਂ ਹੁੰਦੀਆਂ ਰਹਿੰਦੀਆਂ, ਸਾਰਾ ਕੁਝ ਚੱਲਦਾ ਰਹਿੰਦਾ ਹੈ। ਲੇਕਿਨ ਕਈ ਗਵਰਨਰ ਆਪਣੇ ਲੈਵਲ ਤੇ ਖੁਦ ਇਹ ਸਾਰਾ ਕੁਝ ਇਹਨਾਂ ਜਿਹੜਾ ਕਨਫਰੰਟੇਸ਼ਨ ਲੈ ਰਹੇ ਹੈ, ਕਿ ਉਹਨਾਂ ਦੇ ਆਪਣੇ ਲੈਵਲ ਤੇ ਆ, ਕਿ ਇਹਦੇ ਪਿੱਛੇ ਕੋਈ ਬਰਾਡਰ ਪਿੱਛੋਂ ਜਿਹੜੀ ਸਿਆਸਤ ਹੈਗੀ ਹੈ ਉਹ ਕੰਮ ਕਰ ਰਹੀ ਹੈ। ਇਹ ਗੱਲਾਂ ਸਾਰੀਆਂ ਦੇਖਣ ਵਾਲੀਆਂ, ਲੇਕਿਨ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਸਡਨਲੀ ਇਸ ਸੈਸ਼ਨ ਨੂੰ ਇਲੀਗਲ ਹੋਣ ਦੇ ਵੱਲ ਗੱਲ ਕੀਤੀ ਹੈ ਤੇ ਉਹਨਾਂ ਨੇ ਐਡਵਾਈਸ ਫਰਦਰ ਲੈਣ ਦੀ ਗੱਲ ਕੀਤੀ ਹੈ, ਉਹਦੇ ਨਾਲ ਪੰਜਾਬ ਦੇ ਵਿੱਚ ਇੱਕ ਕੰਸਟੀਟਿਊਸ਼ਨਲ ਕ੍ਰਾਈਸਿਸ ਖੜੀ ਹੋ ਸਕਦੀ ਹੈ ਤੇ ਇਹਦੇ ਨਾਲ ਜਿਹੜੀ ਸਰਕਾਰ ਦੀ ਲੈਜਿਸਲੇਟਿਵ ਫੰਕਸ਼ਨਿੰਗ ਹੈ ਉਹਦੇ ਤੇ ਕੁਐਸਚਨ ਮਾਰਕ ਲੱਗ ਸਕਦਾ ਹੈ। ਜੀ ਸਰਦਾਰ ਹਰਮੀਤ ਸਿੰਘ ਜੀ, ਇਹ ਮਾਮਲਾ, ਇਸ ਤਰ੍ਹਾਂ ਦਾ ਮਾਮਲਾ ਪਹਿਲਾਂ ਵੀ ਸੁਪਰੀਮ ਕੋਰਟ 'ਚ ਗਿਆ। ਜਦੋਂ ਪੰਜਾਬ ਸਰਕਾਰ ਸੁਪਰੀਮ ਕੋਰਟ 'ਚ ਗਈ ਕਿ ਅਸੀਂ ਸੈਸ਼ਨ ਕਾਲ ਕਰਨਾ ਚਾਹੁੰਦੇ ਹਾਂ, ਗਵਰਨਰ ਉਹਦੀ ਪ੍ਰਵਾਨਗੀ ਨਹੀਂ ਦੇ ਰਹੇ, ਔਰ ਉਦੋਂ ਮਾਮਲਾ ਸੀਗਾ ਭਰੋਸੇ ਦੀ ਵੋਟ ਹਾਸਲ ਕਰਨ ਦਾ, ਜਦੋਂ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਵੀ ਹਾਸਲ ਕੀਤੀ ਸੀਗੀ ਤੇ ਗਵਰਨਰ ਇਹ ਇਸ ਗੱਲ ਤੇ ਬਹੁਤੀ ਹਾਮੀ ਨਹੀਂ ਸੀ ਭਰ ਰਹੇ, ਤੇ ਸੁਪਰੀਮ ਕੋਰਟ ਦੇ ਵਿੱਚੋਂ ਜੋ ਡਾਇਰੈਕਸ਼ਨ ਹੋਈ ਸੀ, ਉਹ ਡਾਇਰੈਕਸ਼ਨ ਦੇ ਵਿੱਚ ਦੋਨਾਂ ਦੀਆਂ ਜਿਹੜੀਆਂ ਸੰਵਿਧਾਨਕ ਜ਼ਿੰਮੇਵਾਰੀਆਂ ਨੇ ਉਹਦੇ ਪ੍ਰਤੀ ਉਹਨਾਂ ਨੂੰ ਸੁਚੇਤ ਕੀਤਾ ਗਿਆ ਸੀਗਾ, ਔਰ ਉਹਦੇ ਵਿੱਚ ਦੋਨਾਂ ਹੀ ਧਿਰਾਂ ਨੂੰ ਕੁਝ ਸੁਝਾਅ ਦਿੱਤੇ ਗਏ ਸੀ। ਉਹ ਆਰਡਰ ਬੜਾ ਕਲੀਅਰ ਸੀਗਾ, ਉਹਨੂੰ ਗਵਰਨਰ ਸਾਹਿਬ ਨੇ ਬਾਅਦ ਦੇ ਵਿੱਚ ਲੋਕਾਂ ਲਈ 2 ਵਾਰੀ ਫਿਰ ਦਿੱਤਾ ਕਿ ਸੁਪਰੀਮ ਕੋਰਟ ਨੇ ਕੀ ਕਿਹਾ। ਔਰ ਇਸ ਮਾਮਲੇ ਦੇ ਵਿੱਚ ਜਦੋਂ ਸਪੀਕਰ ਨੂੰ ਮਾਫੀ ਚਾਹੁੰਦਾ, ਜਦੋਂ ਗਵਰਨਰ ਨੂੰ ਜਾਣਕਾਰੀ ਦੇਣੀ ਹੈ ਪੰਜਾਬ ਸਰਕਾਰ ਨੇ, ਉਹ ਪਾਬੰਦ ਹੈ, ਇਹ ਕਿਹਾ ਗਿਆ। ਔਰ ਗਵਰਨਰ ਜਦੋਂ ਵੀ ਕੋਈ ਸੈਸ਼ਨ ਕਾਲ ਕੀਤਾ ਜਾਂਦਾ ਹੈ ਔਰ ਉਹਨੂੰ ਉਹਨੇ ਪ੍ਰਵਾਨਗੀ ਦੇਣੀ ਲਾਜ਼ਮ ਕੀਤਾ ਗਿਆ, ਉਸ ਤੋਂ ਬਾਅਦ ਇਹ ਸਥਿਤੀ ਜੇ ਫਿਰ ਸੁਪਰੀਮ ਕੋਰਟ 'ਚ ਜਾਊਗੀ, ਜਿੱਦਾਂ ਉਹ ਨਿਆਣੇ ਲੜਦੇ ਆ, ਘੜੀ ਮੁੜੀ ਜਾ ਕੇ ਸ਼ਿਕਾਇਤ ਲੈ ਕੇ ਉਹ ਚਲੇ ਗਿਆ, ਉਹ ਚਲੇ ਗਿਆ। ਸੋ ਸਿਚੁਏਸ਼ਨ ਨੂੰ ਕਿਵੇਂ ਦੇਖ ਰਹੇ ਹੋ? ਇਹ ਟਕਰਾਅ ਵੱਲ ਅਗਲਾ ਕਦਮ ਹੈ? ਮੇਰਾ ਖਿਆਲ ਨਾਲ ਜਿਹੜਾ ਸੈਸ਼ਨ ਸੱਦਣ ਦਾ ਕੁਐਸਚਨ ਹੈ, ਇਹਦੇ 'ਚ ਤਾਂ ਗਵਰਨਰ ਅੜ ਨਹੀਂ ਸਕਦਾ। ਜਦੋਂ ਸੁਪਰੀਮ ਕੋਰਟ ਗਏ ਪਹਿਲਾਂ ਹੀ, ਬਲਕਿ ਉਹਨਾਂ ਨੇ ਉਦੋਂ ਪਹਿਲਾਂ ਸੁਣਵਾਈ ਤੋਂ ਪਹਿਲਾਂ ਹੀ ਲੈਟਰ ਭੇਜਤਾ ਸੀ ਕਿ ਸੈਸ਼ਨ ਤਾਂ ਸੱਦਿਆ ਜਾ ਰਿਹਾ। ਉਹਨਾਂ ਨੂੰ ਵੀ ਪਤਾ ਸੀ ਕਿ ਗਵਰਨਰ ਕੋਲ ਕੋਈ ਇਹੋ ਜਿਹਾ ਸੰਵਿਧਾਨਕ ਹੱਕ ਹੈ ਹੀ ਨਹੀਂ ਕਿ ਉਹਦੇ ਤੋਂ ਬਿਨਾਂ ਸੈਸ਼ਨ ਨਹੀਂ ਸੱਦਿਆ ਜਾ ਸਕਦਾ। ਗਵਰਨਮੈਂਟ ਡਿਸਾਈਡ ਕਰਦੀ ਹੈ। ਜੇਕਰ ਐਸ ਸੈਨੇਟਾਈਜ਼ ਦਾ ਮਤਲਬ ਵੀ ਅਣਮਿੱਥੇ ਸਮੇਂ ਲਈ ਮੁਲਤਵੀ ਹੈ, ਜਦੋਂ ਸਮਾਂ ਆਊਗਾ ਜੇ ਉਹ ਚਾਹਣ ਤਾਂ ਉਹਨੂੰ ਕਰ ਸਕਦੇ ਨੇ, ਫਿਰ ਉਦੋਂ ਬਾਅਦ ਪਰਮਾਨੈਂਟਲੀ ਕਰ ਦਿੰਦੇ ਨੇ ਜੇਕਰ ਗਵਰਨਮੈਂਟ ਚਾਹੇ। ਅਣਮਿੱਥੇ ਸਮੇਂ ਲਈ ਉਹ ਗਵਰਨਮੈਂਟ ਦਾ ਰਾਈਟ ਹੈ ਕਿ ਉਹਨੂੰ ਜਦ ਮਰਜੀ, ਫਿਰ ਜਿਹੜਾ ਸਮਾਂ ਸੀ, ਅਣਮਿੱਥੇ ਦਾ ਮਤਲਬ ਮਹੀਨੇ ਬਾਅਦ, 10 ਦਿਨ ਬਾਅਦ, 2 ਮਹੀਨੇ ਬਾਅਦ, 3 ਮਹੀਨੇ ਬਾਅਦ, ਕੋਈ ਡੇਟ ਡਿਸਾਈਡ ਨਹੀਂ ਹੁੰਦੀ, ਜਦ ਮਰਜੀ ਉਹ ਬੁਲਾ ਸਕਦੇ ਨੇ ਉਸ ਸਾਰੇ ਮਾਮਲੇ ਦੇ ਵਿੱਚ। ਹੁਣ ਰੌਲਾ ਏਦੂ ਅਗਲਾ ਸਪੀਕਰ ਤੇ ਗਵਰਨਰ ਦੀਆਂ ਤਾਕਤਾਂ ਦੇ ਵਿੱਚ ਹੈ। ਚਾਹੇ ਉਹ ਮਹਾਰਾਸ਼ਟਰ ਦਾ ਰੌਲਾ ਸੁਪਰੀਮ ਕੋਰਟ 'ਚ ਗਿਆ, ਚਾਹੇ ਜਿੱਥੇ ਦਾ ਮਰਜੀ, ਜਦੋਂ ਬਹੁ ਸੰਮਤੀ ਦਾ ਕੁਐਸਚਨ ਇੱਧਰ ਉੱਧਰ ਆਏ, ਕਲੀਅਰ ਕੱਟ ਸੁਪਰੀਮ ਕੋਰਟ ਨੇ ਕਿਹਾ ਕਿ ਗਵਰਨਰ ਨੂੰ ਵਿਧਾਨ ਸਭਾ ਦੀ ਉਸ ਫੰਕਸ਼ਨਿੰਗ ਦੇ ਵਿੱਚ ਦਖਲ ਦੇਣ ਦਾ ਕੋਈ ਹੱਕ ਨਹੀਂ ਹੈ। ਕਿ ਕਿਹਨੂੰ ਮਤਲਬ ਜਿਹੜੇ ਬੰਦੇ ਛੱਡ ਕੇ ਚਲੇ ਜਾਂਦੇ ਨੇ ਐਂਟੀ ਡਿਫੈਕਸ਼ਨ ਲਾ 'ਚ, ਕਿ ਇਹਨੂੰ ਤਾਂ ਹਟਾ ਦਿਓ, ਇਹਨੂੰ ਰੱਖ ਲਓ, ਇਹਨੂੰ ਬਾਕੀ ਚੀਜ਼ਾਂ ਕਰ ਲਓ, ਇਹ ਗਵਰਨਰ ਦਾ ਮਾਮਲਾ ਨਹੀਂ ਹੈ, ਇਹ ਸਪੀਕਰ ਦੇ ਮਾਮਲੇ ਨੇ। ਹਾਂ, ਉਹਨਾਂ ਨੇ ਇਹ ਵੀ ਕਿਹਾ ਨਾਲ ਕਿ ਸਪੀਕਰ ਨੂੰ ਇੱਕ ਲੈਜੀਟੀਮੇਟ ਟਾਈਮ ਦੇ ਵਿੱਚ ਇਹਨਾਂ ਗੱਲਾਂ ਦੇ ਫੈਸਲੇ ਕਰਨੇ ਚਾਹੀਦੇ ਨੇ, ਕੋਈ ਟਾਈਮ ਬਾਉਂਡ ਉਹ ਨਹੀਂ ਕੀਤਾ, ਇੱਕ ਵਾਜਬ ਸਮੇਂ ਦੇ ਵਿੱਚ। ਇਸੇ ਤਰੀਕੇ ਦੇ ਵਿੱਚ ਆਹ ਜਿਹੜਾ ਸੁਪਰੀਮ ਕੋਰਟ ਦੀ ਜੱਜਮੈਂਟ ਸੀ, ਉਹਦੇ ਵਿੱਚ ਵੀ ਜਿਹੜੇ ਗਵਰਨਰ ਸਾਹਿਬ ਆਪਦੇ ਵਾਲੇ ਪੈਰੇ ਤੇ ਕਾਫੀ ਜ਼ੋਰ ਦਿੰਦੇ ਨੇ ਤੇ ਦੂਜੇ ਪੈਰੇ ਤੇ ਘੱਟ ਦਿੰਦੇ ਨੇ। ਇਸੇ ਤਰ੍ਹਾਂ ਗਵਰਨਮੈਂਟ ਵੀ ਆਪਦੇ ਵਾਲੇ ਤੇ ਜ਼ੋਰ ਦਿੰਦੀ ਹੈ ਤੇ ਗਵਰਨਰ ਵਾਲੇ ਤੇ ਘੱਟ। ਪਰ ਗਵਰਨਰ ਸਾਹਿਬ ਉਹ ਪੈਰਾ ਜਿਹੜਾ ਬਾਰ-ਬਾਰ ਕਹਿ ਰਹੇ ਨੇ ਕਿ ਆਰਟੀਕਲ 167 ਜਿਹੜਾ ਉਹੀ ਸੀਗਾ, ਉਹਦੇ ਤਹਿਤ ਗਵਰਨਮੈਂਟ ਵੀ ਪਾਬੰਦ ਹੈ ਕੈਬਨਿਟ ਦੇ ਵਿੱਚ ਜੋ ਤੁਸੀਂ ਚੀਜ਼ਾਂ ਲਿਆ ਰਹੇ ਹੋ, ਜਿਹੜੀਆਂ ਸਟੇਟ ਦੇ ਇੰਟਰਸਟ ਦੀਆਂ ਨੇ, ਜਿਹੜੀਆਂ ਗਵਰਨਰ ਜਾਣਨਾ ਚਾਹੁੰਦੇ ਹੋ, ਉਹਦੀ ਇਨਫੋਰਮੇਸ਼ਨ ਦੇਣਾ ਤੁਹਾਡਾ ਵੀ ਜ਼ਿੰਮੇਵਾਰੀ ਹੈ। ਤੁਸੀਂ ਉਹਨੂੰ ਸੂਚਿਤ ਕਰੋ ਉਸ ਪੱਧਰ ਦੇ ਵਿੱਚ, ਤਾਂ ਕਿ ਇੱਕ ਇਹ ਅਰੇਂਜਮੈਂਟ ਹੈ ਉਸ ਪੱਧਰ ਦਾ ਕਿ ਉਹ ਸੰਵਿਧਾਨਕ ਮੁਖੀ ਹੈ, ਚਾਹੇ ਕੋਈ ਬਹੁਤ ਵੱਡੇ ਫੈਸਲੇ ਨਹੀਂ ਲੈ ਸਕਦਾ, ਪਰ ਜਾਣਕਾਰੀ ਦੇਣ ਦੇ ਵਿੱਚ ਕੋਈ ਬਹੁਤ ਵੱਡੀ ਗੜਬੜ ਨਹੀਂ ਹੁੰਦੀ। ਨਾਰਮਲੀ ਇਹ ਹੁੰਦਾ ਕਿ ਜਿਵੇਂ ਜਿਵੇਂ ਸਰਦਾਰ ਜਗਤਾਰ ਸਿੰਘ ਵਰਗੇ 2004 ਦਾ ਬਿੱਲ ਜਿਹੜਾ ਸੀਗਾ, ਉਹ ਗਵਰਨਰ ਨੇ ਮੌਕੇ ਤੇ ਸਾਈਨ ਕਰਤੇ। ਗਵਰਨਰ ਦਾ ਸਾਈਨ ਕਰਨ ਦਾ ਤੇ ਵਿਧਾਨ ਸਭਾ ਦਾ ਪਾਸ ਕਰਨ ਦਾ ਮਤਲਬ ਹੈ ਉਹ ਲਾ ਬਣ ਗਿਆ, ਉਹ ਬਿੱਲ ਨਹੀਂ ਰਿਹਾ। ਉਦੋਂ ਬਾਅਦ ਉਹ ਕਾਨੂੰਨ ਦੀ ਸ਼ਕਲ ਰਹਿ ਗਿਆ, ਉਦੋਂ ਬਾਅਦ ਨੋਟੀਫਾਈ ਹੋ ਗਿਆ। ਉਹ ਅੱਜ ਵੀ ਮੈਂ ਪਿਛਲੇ ਇੱਕ ਇੰਟਰਵਿਊ ਕੀਤੀ ਸੀ, ਤੁਹਾਡੇ ਯਾਦ ਹੋਣਾ, ਸੁਰੇਸ਼ ਕੁਮਾਰ ਉਹਨਾਂ ਨਾਲ, ਜਿਹੜੇ ਉਦੋਂ ਵੀ ਪ੍ਰਿੰਸੀਪਲ ਸੈਕਟਰੀ ਟੂ ਸੀਐਮ ਸੀ ਜਦੋਂ 2004 ਦਾ ਕਾਨੂੰਨ ਉਦੋਂ ਬਣਾਇਆ ਤੇ ਬਾਅਦ ਦੇ ਵਿੱਚ। ਉਹਨਾਂ ਦਾ ਇਹ ਮੰਨਣਾ ਸੀ ਵੀ ਅੱਜ ਵੀ ਉਹ 2004 ਦਾ ਐਕਟ ਸਟੈਂਡ ਕਰਦਾ ਹੈ
ਵਿਧਾਨ ਸਭਾ ਦੇ ਵਿੱਚ ਪਾਸ ਕੀਤੇ ਐਕਟ ਨੂੰ ਸੁਪਰੀਮ ਕੋਰਟ ਨੇ ਰੱਦ ਨਹੀਂ ਕੀਤਾ। ਉਹਦੀ ਇੱਕ ਐਡਵਾਈਸ ਹੈ, ਔਰ ਉਹ ਐਡਵਾਈਸ 'ਚ ਅਜੇ ਉਹ ਸਟੇ ਵਾਂਗ ਹੈ, ਰੋਕ ਲੱਗੀ ਹੋਈ ਆ। ਅਜੇ ਉਸ ਐਕਟ ਦੇ ਵਿੱਚ ਜੇ ਕੋਈ ਉਹ ਗਵਰਨਮੈਂਟ ਉਵੇਂ ਸਟੈਂਡ ਲਵੇ ਪਾਣੀਆਂ ਦੇ ਮੁੱਦੇ ਤੇ ਤਾਂ ਉਹ ਇੱਕ ਅਲੱਗ ਟਾਈਪ ਦਾ। ਹੁਣ ਇਹ ਇੱਕ ਲੀਗਲ ਮਾਹਰਾਂ ਦਾ ਤਾਂ ਕੰਸਟੀਟਿਊਸ਼ਨਲ ਐਕਸਪਰਟਸ ਦਾ ਮੁੱਦਾ ਹੈ ਅਗਲਾ। ਮੈਨੂੰ ਵੀ ਇਹ ਰੈਵੀਲੇਸ਼ਨ ਉਦੋਂ ਬਾਅਦ ਪਹਿਲੀ ਵਾਰ ਹੋਈ, ਕਿਉਂਕਿ ਉਹਨਾਂ ਦਾ ਇੱਕ ਆਪਣਾ ਨੁਕਤਾ ਨਜ਼ਰ ਸੀਗਾ ਤੇ ਉੱਥੇ ਉਹ ਸਟੇ ਹੋ ਜਾਂਦੇ ਚੀਜ਼ਾਂ ਜਾ ਕੇ, ਨਾ ਕਿ ਰੱਦ ਹੋ ਗਿਆ। ਅਸੈਂਬਲੀ ਦੇ ਬਣਾਏ ਐਕਟ ਨੂੰ ਰੱਦ ਕਰਨ ਦਾ ਅਧਿਕਾਰ ਉੱਥੇ ਨਹੀਂ ਹੈ ਉਸ ਪੱਧਰ ਦੇ ਉੱਤੇ। ਹਜੇ ਤੱਕ ਉਹਦਾ ਅਧਿਕਾਰ ਡਿਫਾਈਨ ਹੋਣਾ ਹੈ ਕਿ ਕੀ ਇਹ ਡਰੇਨੇਜ ਦੇ ਜਾਂ ਇਹਨਾਂ ਦੇ ਮਾਮਲਿਆਂ ਤੇ ਕਰ ਸਕਦੀ ਸੀ ਜਾਂ ਨਹੀਂ ਕਰ ਸਕਦੀ ਸੀ ਅਸੈਂਬਲੀ, ਕਿਉਂਕਿ ਉਹ ਕਾਨੂੰਨ ਜਦੋਂ ਬਣਦਾ ਤਾਂ ਅਸੈਂਬਲੀ ਦੇ ਰਾਈਟਸ ਨੇ ਸਾਰੇ। ਹੁਣ ਤੁਸੀਂ ਜਾ ਕੇ ਐ ਨਹੀਂ ਗਵਰਨਰ ਦੇ ਤੌਰ ਤੇ ਕਹਿ ਸਕਦੇ, ਡੇਲੀ ਦੀਆਂ ਕੰਟਰਾਡਿਕਸ਼ਨਾਂ ਖੜੀਆਂ ਕਰ ਸਕਦੇ, ਪਰ ਨਾਰਮਲ ਬਿਹੇਵੀਅਰ 'ਚ ਇਹ ਹੁੰਦਾ ਕਿ ਐਮੀਕੇਬਲੀ ਇਹ ਚੀਜ਼ਾਂ ਵਾਪਰ ਜਾਂਦੀਆਂ ਹੁੰਦੀਆਂ ਨੇ। ਗਵਰਨਰ ਦੇ ਕੋਲ ਚੀਫ ਮਿਨਿਸਟਰ ਚਲਾ ਜਾਂਦਾ ਹੈ, ਬੈਠ ਕੇ ਗੱਲਬਾਤ ਹੋ ਜਾਂਦੀ ਹੈ, ਕਿਸੇ ਵੱਡੇ ਮੁੱਦੇ ਤੇ ਰੌਲਾ ਪੈ ਜੇ ਅਲੱਗ ਹੈ। ਪਰ ਅੱਜ ਕੱਲ੍ਹ ਇਹ ਕੰਟਰਾਡਿਕਸ਼ਨਾਂ ਵੱਧ ਰਹੀਆਂ ਨੇ, ਕੱਲਾ ਇੱਥੇ ਨਹੀਂ ਵੱਧ ਰਹੀ। ਤੁਸੀਂ ਕੇਰਲਾ ਵਾਲਾ ਤਾਂ ਦੇਖੋ, ਮੰਤਰੀ ਉਹ ਹਟਾਤਾ ਉਹਨੇ ਆਪੀ ਗਵਰਨਰ ਨੇ ਕਿ ਮੈਂ ਮੰਤਰੀ ਨੂੰ ਹਟਾ ਰਿਹਾ, ਜਿਹੜਾ ਕਿ ਉਹਦੇ ਦਾਇਰੇ ਦੀ ਗੱਲ ਨਹੀਂ ਹੈ। ਮੰਤਰੀ ਕਿਹੜੇ ਨੇ? ਤਾਮਿਲਨਾਡੂ, ਹਾਂ ਤਾਮਿਲਨਾਡੂ ਦਾ। ਤੇ ਉਹਦੇ ਚ ਉਹ ਥੋੜੀ ਗੱਲ ਹੈ ਤਾਂ ਧੱਕੇ ਨਾਲ ਮੇਲੀ ਜਿਹੜਾ ਕੰਮ ਹੁੰਦਾ, ਜਿੰਨਾ ਚਿਰ ਕੇਂਦਰ ਨਹੀਂ ਕਹਿੰਦਾ ਗਵਰਨਰ ਨੂੰ ਹਟਾਇਆ ਨਹੀਂ ਜਾਂਦਾ ਤੇ ਉਹਨਾਂ ਚਿਰ। ਇਸ ਲਈ ਗੱਲਾਂ ਬਹੁਤ ਵਾਰ ਹੋਈਆਂ ਨੇ ਕਿ ਗਵਰਨਰਾਂ ਤੇ ਵੀ ਅਸੈਂਬਲੀਆਂ ਦੇ ਵਿੱਚ ਅਸੈਂਬਲੀ ਦੀ ਮੈਜੋਰਿਟੀ ਤੱਕ ਰਹਿਣਾ ਚਾਹੀਦਾ, ਗਵਰਨਰ ਨੂੰ ਕਿਸੇ ਨੂੰ ਚੀਫ ਮਿਨਿਸਟਰ ਦੀ ਐਡਵਾਈਸ ਤੱਕ ਰਹਿਣਾ ਚਾਹੀਦਾ ਹੈ। ਇਹ ਸੁਧਾਰ ਬੜੀ ਵਾਰ ਆਏ ਨੇ, ਲੋਕਾਂ ਨੇ ਦਿੱਤੇ ਨੇ ਜਿਹੜੇ ਅਮੈਂਡਮੈਂਟ ਚਾਹੁੰਦੇ ਨੇ, ਪਰ ਨਹੀਂ ਹੋਏ। ਉਹ ਇੱਕ ਅਲੱਗ ਗੱਲ ਹੈ। ਸਾਡੀ ਕੰਟਰਾਡਿਕਸ਼ਨ ਜਿਹੜੀ ਵੱਧ ਰਹੀ ਹੈ, ਇਹਦੇ ਨਾਲ ਪੰਜਾਬ ਦਾ ਲਾਸ ਹੋ ਰਿਹਾ, ਨੁਕਸਾਨ ਹੋ ਰਿਹਾ। ਪੰਜਾਬ ਦਾ ਨੁਕਸਾਨ ਇਸ ਕਰਕੇ ਵੀ ਹੋ ਰਿਹਾ, ਛੋਟੇ ਛੋਟੇ ਮੁੱਦਿਆਂ ਤੇ ਕੰਟਰਾਡਿਕਸ਼ਨ। ਦੂਜੀ ਜਿਹੜੇ ਵੱਡੇ ਮੁੱਦੇ ਨੇ ਉਹ ਸਾਡੀ ਚਰਚਾ ਚੋਂ ਵੀ ਬਾਹਰ ਹੋ ਜਾਂਦੇ ਨੇ ਤੇ ਉਹਨਾਂ ਤੇ ਫੋਕਸ ਵੀ ਘਟ ਜਾਂਦਾ। ਫਿਰ ਆਪਸੀ ਲੜਾਈ ਜਿਹੜੀ ਇਹ ਚੱਲ ਰਹੀ ਹੈ, ਇਹਦੇ ਤੇ ਗਵਰਨਮੈਂਟ ਆਫ ਇੰਡੀਆ ਵੀ ਹੋਵੇ ਤੇ ਬਾਕੀ ਦੇ ਮੇਰੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਵੀ ਕੋਈ ਨਾ ਕੋਈ ਸੋਲੂਸ਼ਨ ਇਹਦੇ ਤੇ ਕੱਢਣਾ ਚਾਹੀਦਾ ਕਿਸੇ ਨਾ ਕਿਸੇ ਰੂਪ ਚ। ਜੀ ਸਰਦਾਰ ਜਗਤਾਰ ਸਿੰਘ ਜੀ, ਜਦੋਂ ਇਹ ਸਾਰੀ ਆਪਾਂ ਸਥਿਤੀ ਨੂੰ ਨਿਹਾਰਦੇ ਆ ਤੇ ਉਹਦੇ ਚੋਂ ਇੱਕ ਗੱਲ ਨਿੱਤਰ ਕੇ ਆਉਂਦੀ ਆ ਕਿ ਮੁੱਖ ਮੰਤਰੀ ਵੀ ਹਾਲਾਤ ਨੂੰ ਨਾਰਮਲ ਕਰਨ ਦੇ ਵਿੱਚ ਕੋਈ ਬਹੁਤਾ ਅੱਗੇ ਨਹੀਂ ਵੱਧਦੇ। ਇੱਕ ਮਾਮਲਾ ਬਾਰ-ਬਾਰ ਗਵਰਨਰ ਨੇ ਉਠਾਇਆ ਸੀ, ਮੰਤਰੀ ਕਟਾਰੂ ਚੱਕ ਵਾਲਾ, ਔਰ ਉਸ ਤੋਂ ਇਲਾਵਾ ਵੀ ਕੁਝ ਮਾਮਲੇ ਗਵਰਨਰ ਵੱਲੋਂ ਅੱਗੇ ਵਧਾਏ ਗਏ ਸੀ ਔਰ ਉਹਦੇ ਉੱਤੇ ਗਵਰਨਰ ਨੇ ਕੋਈ ਆਪ ਆਦੇਸ਼ ਨਹੀਂ ਦਿੱਤਾ, ਗਵਰਨਮੈਂਟ ਨੂੰ ਹੀ ਕਿਹਾ, ਲੇਕਿਨ ਉਹਦੇ ਉੱਤੇ ਕੋਈ ਰਿਪਲਾਈ ਕਰਨਾ ਵੀ ਗਵਰਨਮੈਂਟ ਜਦੋਂ ਠੀਕ ਨਹੀਂ ਸਮਝਦੀ ਤੇ ਉਹ ਇੱਕ ਟਕਰਾਅ ਦੇ ਵਿੱਚ ਵਾਧਾ ਹੀ ਕੀਤਾ ਜਾ ਰਿਹਾ ਹੁੰਦਾ। ਸੋ ਫਿਰ ਗਵਰਨਰ ਨੂੰ ਜਿੱਥੇ ਜਿੱਥੇ ਲੱਗਦਾ ਵੀ ਸੱਟ ਮਾਰੀ ਜਾ ਸਕਦੀ ਆ ਔਰ ਉਹਨੇ ਆਪਣੇ ਉੱਪਰਲਿਆਂ ਨੂੰ ਖੁਸ਼ ਵੀ ਕਰਨਾ ਹੁੰਦਾ, ਇੰਜ ਗਵਰਨਰ ਲੱਗਣਾ ਵੀ ਨਹੀਂ ਚਾਹੀਦਾ ਕਿ ਉਹ ਕੇਂਦਰ ਦਾ ਨੁਮਾਇੰਦਾ ਹੋ ਕੇ ਸਟੇਟ ਗਵਰਨਮੈਂਟ ਜਿਹੜੀ ਵਿਰੋਧੀ ਧਿਰ ਦੀ ਆ, ਦੂਜੀ ਪਾਰਟੀ ਦੀ ਆ, ਉਹਦੇ ਨਾਲ ਬਹੁਤ ਚੰਗੇ ਰਿਲੇਸ਼ਨਸ ਦੇ ਵਿੱਚ ਫਿਰ ਕਈ ਵਾਰੀ ਗਵਰਨਰਸ ਦੀਆਂ ਆਪਣੀਆਂ ਜਿਹੜੇ ਅਹੁਦੇ ਹੁੰਦੇ ਆ ਉਹ ਖਤਰੇ 'ਚ ਵੀ ਰਹਿੰਦੇ ਆ, ਕਈ ਪੋਸਟਿੰਗਸ ਅੱਗੇ ਮਿਲਦੀਆਂ ਰਹਿੰਦੀਆਂ ਨੇ। ਸੋ ਜਿਹੜਾ ਜਿੰਨਾ ਵਧੀਆ ਪਰਫਾਰਮ ਕਰਦਾ, ਜੋ ਅਸੀਂ ਇਸ ਤਰ੍ਹਾਂ ਦੇ ਮਾਹੌਲ 'ਚ ਸਾਰੇ ਦੇਖ ਰਹੇ ਹਾਂ, ਭਾਵੇਂ ਉਹ ਤਾਮਿਲਨਾਡੂ 'ਚ ਹੈ, ਕੇਰਲ ਦੇ ਵਿੱਚ ਹੈ, ਹੋਰ ਕਈ ਜਗ੍ਹਾ ਦੇ ਉੱਤੇ ਲਗਾਤਾਰ ਇਹ ਹੋਇਆ, ਬੰਗਾਲ 'ਚ ਬਹੁਤ ਹੋਇਆ। ਸੋ ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦਾ ਕਿ ਰਾਜ ਸਰਕਾਰ ਵੀ ਕਿਸੇ ਵੇਲੇ ਮਤਲਬ ਟਕਰਾਅ 'ਚ ਦਿਸਣਾ ਚਾਹੁੰਦੀ ਹੈ। ਮੁੱਖ ਮੰਤਰੀ ਸਾਹਿਬ ਆਪਣੇ ਸੁਪਰੀਮੋ ਨੂੰ, ਕੇਜਰੀਵਾਲ ਸਾਹਿਬ ਨੂੰ ਦਿਖਾਉਣਾ ਚਾਹੁੰਦੇ ਆ ਵੀ ਇਕੱਲੇ ਤੁਹਾਡੇ ਹੀ ਨਹੀਂ ਲੜਾਈ, ਕੇਂਦਰ ਸਰਕਾਰ ਮੇਰੇ ਵੀ ਦੁਆਲੇ ਰੋਜ਼ ਤੁਰੀ ਰਹਿੰਦੀ ਵਾਇਆ ਗਵਰਨਰ, ਇਕੱਲਾ ਤੁਹਾਡਾ ਹੀ ਲੈਫਟੀਨੈਂਟ ਗਵਰਨਰ ਤੁਹਾਨੂੰ ਤੰਗ ਨਹੀਂ ਕਰ ਰਿਹਾ, ਮੇਰੇ ਵਾਲਾ ਵੀ ਮੈਨੂੰ ਤੰਗ ਕਰ ਰਿਹਾ। ਸੋ ਇਦਾਂ ਇੱਕ ਤਰ੍ਹਾਂ ਨਾਲ ਦਿਖਾਵੇ ਦੀ ਗੇਮ ਵੀ ਆ। ਇਹ ਦਿਖਾਵੇ ਦੀ ਗੇਮ ਕਈ ਵਾਰੀ ਪੰਜਾਬ ਦੇ ਜਿਹੜੇ ਉਹ ਰੂਟੀਨ ਦੇ ਕੰਮ ਹੈ ਉਹਨਾਂ 'ਚ ਵੀ ਅੜਚਨ ਡਾ ਦਿੰਦੀ ਹੈ। ਕਈ ਹੁਣ ਸਾਡੇ ਵੀਸੀ ਜਿਹੜੇ ਚੰਗੇ ਭਲੇ ਵੀਸੀ ਸੀ, ਵਾਂਡਰ ਸਾਹਿਬ ਨੂੰ ਉਹ ਮੈਨੇਜਮੈਂਟ ਦਾ ਚੇਅਰਮੈਨ ਲਾਤਾ, ਲੇਕਿਨ ਉਹਨਾਂ ਨੇ ਵੀਸੀ ਹੋ ਕੇ ਕਿਹਾ ਵੱਖਰਾ ਵਧੀਆ ਕੰਮ ਕਰਨਾ ਸੀਗਾ। ਗੋਸਲ ਸਾਹਿਬ ਦੀ ਨਿਯੁਕਤੀ ਦੇ ਉੱਤੇ ਵੀ ਪ੍ਰਸ਼ਨ ਚਿੰਨ੍ਹ ਲੱਗਿਆ ਰਿਹਾ। ਸੋ ਕਈ ਜਿਹੜੇ ਸਟੇਟ ਦੇ ਬਿਹਤਰ ਕੰਮ ਹੋ ਸਕਣੇ ਹੁੰਦੇ ਆ ਰੂਟੀਨ 'ਚ, ਉਹ ਵੀ ਲਟਕੇ ਰਹਿੰਦੇ ਆ। ਕੀ ਕਹਿੰਦੇ ਹੋ? ਲਗਾਤਾਰ ਆਪਾਂ ਹਿੰਦੁਸਤਾਨ ਦੇਖਦੇ ਹਾਂ ਕਿ ਜਿੱਥੇ ਜਿੱਥੇ ਨਾਨ ਬੀਜੇਪੀ ਸਰਕਾਰ ਹੈਗੀ, ਉੱਥੇ ਗਵਰਨਰ ਆਊਟ ਆਫ ਦੇ ਵੇ ਜਾ ਕੇ ਉਹਨਾਂ 'ਚ ਇੰਟਰਫੇਅਰ ਕਰਦੇ ਆ ਜੀ। ਕਾਂਗਰਸ ਜਦੋਂ ਦਿੱਲੀ 'ਚ ਰਾਜ ਕਰਦੀ ਸੀ ਤੇ ਸਟੇਟਾਂ ਦੇ ਵਿੱਚ ਨਾਨ ਕਾਂਗਰਸ ਸਰਕਾਰਾਂ ਹੁੰਦੀਆਂ ਸੀਗੀਆਂ, ਉਦੋਂ ਕਿਸੇ ਸਿਚੁਏਸ਼ਨ ਦੇ ਵਿੱਚ 356 ਆਰਟੀਕਲ ਦੇ ਹੇਠ ਸਰਕਾਰਾਂ ਡਿਸਮਿਸ ਤਾਂ ਹੋ ਜਾਂਦੀਆਂ ਸੀਗੀਆਂ, ਲੇਕਿਨ ਇਸ ਢੰਗ ਦੇ ਨਾਲ ਕਦੇ ਗਵਰਨਰ ਨੇ ਡੇ ਟੂ ਡੇ ਅਫੇਅਰ ਦੇ ਵਿੱਚ ਸਟੇਟਸ ਦੇ ਵਿੱਚ ਇੰਟਰਫੇਅਰ ਨਹੀਂ ਸੀ ਕੀਤਾ। ਉਹ ਮਸਲੇ ਕਈ ਵਾਰੀ ਬਰਾਡਰ ਲੈਵਲ ਤੇ ਹੋਰ ਹੁੰਦੇ ਸੀਗੇ। ਜੋ ਦਿੱਲੀ ਸਰਕਾਰ ਬਦਲੀ, ਜਿਵੇਂ ਐਮਰਜੈਂਸੀ ਤੋਂ ਬਾਅਦ ਜਿੰਨੀਆਂ ਨਾਨ ਕਾਂਗਰਸ ਸਰਕਾਰਾਂ ਸੀਗੀਆਂ ਸਟੇਟਸ ਦੇ ਵਿੱਚ, ਮਿਸਟਰ ਗਾਂਧੀ ਨੇ ਸਾਰੀਆਂ ਡਿਸਮਿਸ ਕਰਤੀਆਂ। ਸੋ ਉਹ ਇੱਕ ਡਿਫਰੈਂਟ ਤਰ੍ਹਾਂ ਦਾ ਇਸ਼ੂ ਹੁੰਦਾ ਸੀ। ਲੇਕਿਨ ਇਹ ਮੋਦੀ ਸਰਕਾਰ ਆਉਣ ਤੋਂ ਬਾਅਦ ਖਾਸ ਕਰਕੇ
ਵਾਜਪਾਈ ਜੀ ਵੇਲੇ ਇਹ ਸਿਚੁਏਸ਼ਨ ਸਾਹਮਣੇ ਨਹੀਂ ਸੀ ਆਈ। ਇਸ ਜੀ ਰਜੀਮ ਦੇ ਵਿੱਚ ਲਗਾਤਾਰ ਤੁਹਾਨੂੰ ਗਵਰਨਰ ਵਰਸਸ ਨਾਨ ਬੀਜੇਪੀ ਗਵਰਨਮੈਂਟ ਸਟੇਟਸ ਦੇ ਵਿੱਚ ਇੱਕ ਕੰਟਰਡਿਕਸ਼ਨ ਲਗਾਤਾਰ ਆ ਰਹੀ ਹੈ। ਪੰਜਾਬ ਦੀ ਗੱਲ ਥੋੜੀ ਜਿਹੀ ਡਿਫਰੈਂਟ ਹੈ, ਦਿੱਲੀ ਦੀ ਡਿਫਰੈਂਟ ਹੈ। ਦਿੱਲੀ ਸਿਰਫ ਕੰਸਟੀਟਿਊਸ਼ਨਲ ਇਸ਼ੂਜ਼ ਨੂੰ ਲੈ ਕੇ ਤੇ ਫੰਕਸ਼ਨਿੰਗ ਨੂੰ ਲੈ ਕੇ ਇਹ ਸਾਰਾ ਰੌਲਾ ਪੈ ਰਿਹਾ। ਪੰਜਾਬ ਵਿੱਚ ਤੁਸੀਂ ਗੱਲ ਕੀਤੀ ਘਟਾਰੂ ਚੱਕ ਦੀ, ਇਸ਼ੂ ਟੈਕਨੀਕਲ ਨਹੀਂ ਹੈ, ਇਹ ਬਰਾਡਰ ਐਥਿਕਸ ਤੇ ਮੋਰਲਿਟੀ ਦਾ ਇਸ਼ੂ ਹੈ। ਕਸੂਰਵਾਰ ਹੈ ਨਹੀਂ ਹੈ, ਲੇਕਿਨ ਇੱਕ ਪਬਲਿਕ ਪਰਸੈਪਸ਼ਨ ਦੇ ਵਿੱਚ ਕੀ ਹੈ ਇਹ ਗੱਲ ਦੇਖਣ ਵਾਲੀ ਹੈ। ਏਜੀ ਦਾ ਮਾਮਲਾ ਆਇਆ, ਉਹ ਦੱਬ ਦਿੱਤਾ ਗਿਆ, ਮੁੜ ਕੇ ਪਤਾ ਹੀ ਨਹੀਂ ਵੀ ਉੱਤੇ ਕੀ ਇਸ਼ੂ ਗੱਲਾਂ ਬਣੀਆਂ। ਸੋ ਸੀਐਮ ਨੂੰ ਜਿਹੜੇ ਇਹ ਐਸਪੈਕਟ ਇਸ ਵੇਲੇ ਤਾਂ ਉਹਨੂੰ ਲੱਗਦਾ ਵੀ ਸਾਡਾ ਕੋਈ ਨਹੀਂ ਵਿਗੜ ਸਕਦਾ, ਲੇਕਿਨ ਜਦੋਂ ਇਹ ਇਸ਼ੂਜ਼ ਇਹੋ ਜਿਹੇ ਕਮਿਊਨਿਟਿਵ ਹੋਣ ਲੱਗਦੇ ਹੈ ਤੇ ਇਲੈਕਸ਼ਨ ਦੇ ਦਿਨਾਂ 'ਚ ਆ ਕੇ ਪਤਾ ਲੱਗਦਾ ਹੁੰਦਾ ਹੈ ਕਿ ਕਿਹੜੇ ਇਸ਼ੂ ਨੇ ਕਿਸ ਵੇਲੇ ਕਿੱਥੇ ਵਾਰ ਕਰਨੀ ਹੈ। ਸੋ ਜਿਹੜੀ ਇਹ ਪਬਲਿਕ ਪਰਸੈਪਸ਼ਨ ਹੈ ਇਹਨੂੰ ਥੋੜਾ ਜਿਹਾ ਨਾਲ ਲੈ ਕੇ ਚੱਲਣਾ ਚਾਹੀਦਾ ਹੈ। ਉਸ ਮਾਮਲੇ ਤੇ ਆ ਕੇ ਜੇ ਗਵਰਨਰ ਇਹੋ ਜਿਹੇ ਇਸ਼ੂ ਟੇਕਅਪ ਕਰਦੇ ਹੈ ਉਹ ਜਸਟੀਫਾਈ ਹੈਗੀ, ਉਹਦਾ ਘੱਟੋ ਘੱਟ ਸੀਐਮ ਜਾ ਕੇ ਜਵਾਬ ਤਾਂ ਦੇ। ਨਾਰਮਲ ਹੁੰਦਾ ਹੈ ਕਿ ਸੀਐਮ ਔਰ ਗਵਰਨਰ ਆਪਸ ਵਿੱਚ ਬੈਠ ਕੇ, ਸੀਐਮ ਪਹਿਲੇ ਟ੍ਰੈਡੀਸ਼ਨ ਹੈ ਮਹੀਨੇ 2 ਮਹੀਨੇ ਬਾਅਦ ਸੀਐਮ ਨੇ ਵਿਜ਼ਿਟ ਕਰਨਾ ਹੈ ਰਾਜ ਭਵਨ, ਅੱਧਾ ਘੰਟਾ ਮਿਲਾ ਇਹ ਗੱਲਬਾਤ ਕਰ ਆਏ, ਇਸ਼ੂ ਸਾਰਟ ਆਊਟ ਹੋ ਜਾਂਦੇ ਸੀਗੇ। ਮੇਰੇ ਖਿਆਲ 'ਚ ਇਸ ਰਜੀਮ ਦੇ ਵਿੱਚ ਇਹ ਇਨੀਸ਼ੀਏਟਿਵ ਹੈ ਹੀ ਨਹੀਂ। ਜਿਹੜੀ ਇਨਫਾਰਮਲ ਗੈਟ ਟੂਗੈਦਰ ਮਿਲਣਾ ਸੀਐਮ ਦਾ ਤੇ ਆਪਣੇ ਗਵਰਨਰ ਦਾ, ਉਹ ਨਹੀਂ ਹੈ। ਜਦ ਤੱਕ ਉਹ ਰਿਲੇਸ਼ਨ ਡਿਵੈਲਪ ਨਹੀਂ ਹੁੰਦੇ ਇਹ ਇਰੀਟੇਟ ਇਸ ਤਰ੍ਹਾਂ ਹੀ ਚੱਲਦੇ ਰਹਿਣਗੇ ਤੇ ਪੰਜਾਬ ਦੇ ਹੱਕ ਦੇ ਵਿੱਚ ਨਹੀਂ ਹੈ ਟੈਨਸ਼ਨ ਇਸ ਤਰ੍ਹਾਂ ਕ੍ਰੀਏਟ ਕਰਨੀ। ਹਰ ਗੱਲ ਤੇ ਆ ਕੇ ਜੇ ਗਵਰਨਰ ਨੇ ਇੰਟਰਫੀਅਰ ਕਰਨਾ ਹੈ ਔਰ ਸੀਐਮ ਦਾ ਐਟੀਟਿਊਡ ਲਗਾਤਾਰ ਹੀ ਰਹਿਣਾ ਹੈ, ਇਹ ਪੰਜਾਬ ਦੇ ਲੋਕਾਂ ਦੇ ਭਲੇ ਦੇ ਵਿੱਚ ਨਹੀਂ। ਜੀ ਸਰਦਾਰ ਹਰਮੀਤ ਸਿੰਘ ਜੀ, ਬਹੁਤ ਸੰਖੇਪ ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਵਰਨਰ ਨੂੰ ਮਿਲੀ ਸੀ, ਉਹਨਾਂ ਨੇ ਜਾ ਕੇ ਕਿਹਾ ਸੀ ਵੀ ਤੁਸੀਂ ਇਹਨੂੰ ਜੀ ਪਾਸ ਨਾ ਕਰਿਓ ਔਰ ਇਹਨੂੰ ਰੱਦ ਕਰ ਦਿਓ। ਉਹਨਾਂ ਨੇ ਸਮਾਂ ਮੰਗਿਆ ਹੋਇਆ ਕੇਂਦਰੀ ਗ੍ਰਹਿ ਮੰਤਰੀ ਤੋਂ ਵੀ। ਅੱਜ ਜਿਸ ਤਰ੍ਹਾਂ ਗਵਰਨਰ ਨੇ ਮੁੱਖ ਮੰਤਰੀ ਨੂੰ ਕਈ ਚੀਜ਼ਾਂ ਕਲੀਅਰ ਕਰਤੀਆਂ, ਭਾਵੇਂ ਚਲੋ ਇਹ ਮਾਮਲਾ ਅੱਗੇ ਜਾ ਕੇ ਕੀ ਦਿਸ਼ਾ ਲੈਂਦਾ ਹੈ, ਕਿਸ ਤਰ੍ਹਾਂ ਦੀ ਸ਼ੇਪ ਵਿੱਚ ਆਉਂਦਾ ਹੈ, ਕੀ ਇਹ ਕੋਰਟ 'ਚ ਜਾਂਦਾ ਹੈ, ਇਹਦੇ ਉੱਤੇ ਕਦੋਂ ਫੈਸਲੇ ਹੁੰਦੇ ਆ ਅਲੱਗ ਗੱਲ ਹੈ। ਵਕਤੀ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਅਕਾਲੀ ਦਲ ਕੁਝ ਰਾਹਤ ਮਹਿਸੂਸ ਕਰ ਰਹੇ ਹੋਣਗੇ ਇੱਕ ਤਰ੍ਹਾਂ ਨਾਲ। ਕੱਲ ਤੱਕ ਜਿਹੜੇ ਇੱਕ ਦਿਨ ਪਹਿਲਾਂ ਤੱਕ ਮੁੱਖ ਮੰਤਰੀ ਹਮਲਾਵਰ ਸੀਗੇ, ਉਹ ਹੁਣ ਲੜਾਈ ਥੋੜੀ ਜਿਹੀ ਖਿੰਡਰ ਗਈ ਆ, ਖੁੱਲ ਗਈ ਆ। ਇਸ ਐਂਗਲ ਨੂੰ ਕਿਵੇਂ ਸਮਝਦੇ ਹੋ? ਵੈਸੇ ਤਾਂ ਇਹ ਵੀ ਕੋਈ ਬਹੁਤ ਬੜਾ ਗੱਲ ਨਹੀਂ ਸੀ, ਗਵਰਨਰ ਨੇ ਆਪ ਦੇਖਣਾ ਸ਼੍ਰੋਮਣੀ ਕਮੇਟੀ ਦਾ ਜਾਣਾ ਗਵਰਨਰ ਕੋਲੇ ਕਿ ਤੁਸੀਂ ਨਹੀਂ ਕਰਨਾ। ਜੇ ਤਾਂ ਟੈਕਨੀਕਲੀ ਸੂਟੇਬਲ ਹੁੰਦਾ ਤਾਂ ਉਹ ਕਰਦੇ, ਨਹੀਂ ਹੁੰਦਾ ਤਾਂ ਨਾ ਕਰਦੇ। ਮੈਨੂੰ ਨਹੀਂ ਲੱਗਦਾ ਕਿ ਕੋਈ ਇਹ ਜਿਹੜੀ ਇਹ ਤਰੀਕਾਕਾਰ ਸੀ ਜਿਹੜਾ ਇਹ ਕੋਈ ਬਹੁਤ ਬੈਸਟ ਤਰੀਕਾਕਾਰ ਹੈ ਕਿ ਐਸਜੀਪੀਸੀ ਗਵਰਨਰ ਦੇ ਤੁਰੀ ਫਿਰੇ ਜਾ ਕੇ ਤੇ ਉਹ ਆਪਣਾ ਸਟੈਂਡ ਲਵੇ ਕਿ ਸਾਡਾ ਇੱਕ ਐਕਟ ਹੈ, ਅਸੀਂ ਆਪਣੇ ਮੁਤਾਬਕ ਕਰਾਂਗੇ ਤੇ ਕਿਸੇ ਨੂੰ ਕੋਈ ਹੱਕ ਨਹੀਂ ਹੈ ਸਾਡੇ ਧਰਮ 'ਚ ਦਖਲ ਦੇਣ ਦਾ। ਉਹ ਪਹਿਲੋਂ ਇੱਕ ਅਲੱਗ ਸਵਾਲ ਸੀ। ਪਰ ਬਿਨਾਂ ਸ਼ੱਕ ਜਦੋਂ ਤੁਸੀਂ ਗਏ ਹੋ ਜਾਂ ਜਿਹੜਾ ਐਕਟ ਪਾਸ ਹੋਊਗਾ ਹੀ ਨਹੀਂ ਜਾਂ ਉਹ ਡਿਲੇ ਹੋ ਗਿਆ, ਘੱਟੋ ਘੱਟ ਤਾਂ 23 ਤਰੀਕ ਤੱਕ ਵਾਲਾ ਮਾਮਲਾ ਸੀਗਾ ਵੀ ਸ਼ਾਇਦ ਉਦੋਂ ਪਹਿਲਾਂ ਕੁਝ ਹੋ ਜੇ, ਉਹ ਤਾਂ ਗੱਲ ਹੁਣ ਅੱਗੇ ਚਲੀ ਗਈ, ਉਹਦੇ 'ਚ ਤਾਂ ਕੋਈ ਮਤਲਬ ਬਚਿਆ ਨਹੀਂ ਹੈ। ਪਰ ਮੈਨੂੰ ਇਹ ਲੱਗਦਾ ਕਿ ਬਹੁਤਾ ਜ਼ਿਆਦਾ ਸ਼ਾਇਦ ਸਰਕਾਰ ਵੀ ਇਹੀ ਨਹੀਂ ਚਾਹੁੰਦੀ ਸੀ ਕਿ ਪ੍ਰੈਸ਼ਰਾਈਜ਼ ਕਰੀਏ, ਪ੍ਰੈਸ਼ਰਾਈਜ਼ ਕਰਕੇ ਆਪਾਂ ਪੋਲੀਟੀਕਲ ਇੱਕ ਗੇਨ ਹੋਵੇ ਵੀ ਦੇਖੋ ਮੈਂ ਕਬਜ਼ਾ ਛਡਾਇਆ ਬਾਦਲਾਂ ਦਾ ਪੀਟੀਸੀ ਉਹਦੇ 'ਚੋਂ, ਬਾਕੀ ਚੀਜ਼ਾਂ ਤਾਂ ਅਲੱਗ ਨੇ। ਰੌਲਾ ਤਾਂ ਕਿਤੇ ਹੋਰ ਹੈ, ਰੌਲਾ ਅਸਲ 'ਚ ਸ਼੍ਰੋਮਣੀ ਕਮੇਟੀ ਦੇ ਗੁਰਬਾਣੀ ਪ੍ਰਸਾਰਨ ਜਾਂ ਬਾਕੀ ਤੱਕ ਨਹੀਂ ਹੈ, ਰੌਲਾ ਤਾਂ ਪੋਲੀਟੀਕਲ ਡੋਮੇਨ ਦਾ ਤੇ ਉਹ ਪੋਲੀਟੀਕਲ ਡੋਮੇਨ ਲੜ ਰਹੇ ਨੇ। ਇਹ ਨਹੀਂ ਮੁੱਦਾ ਹੋਊ ਕੱਲ ਨੂੰ ਕੋਈ ਹੋਰ ਹੋਊਗਾ, ਉਹ ਨਹੀਂ ਹੋਊਗਾ ਕੋਈ ਹੋਰ ਹੋਊਗਾ, ਮਾਮਲਾ ਕਿਤੇ ਹੋਰ ਹੈ, ਬਣਾਇਆ ਹੋਰ ਜਾ ਰਿਹਾ। ਇਸ ਕਰਕੇ ਇਹ ਪ੍ਰੋਬਲਮ ਮੇਰੇ ਖਿਆਲ ਨਾਲ ਜ਼ਿਆਦਾ ਉਲਝਦੀ ਦਿਖਾਈ ਦੇ ਰਹੀ। ਇੱਕ ਟਿੱਪਣੀ ਸਰਦਾਰ ਜਗਤਾਰ ਸਿੰਘ ਜੀ। ਨਹੀਂ, ਮੇਰੇ ਖਿਆਲ ਦੇ ਵਿੱਚ ਐਸਜੀਪੀਸੀ ਵਾਲੇ ਮਾਮਲੇ ਤੇ ਭਗਵੰਤ ਮਾਨ ਹੋਰ ਹੀ ਗਲਤ ਹੈ ਔਰ ਐਸਜੀਪੀਸੀ ਵਾਲੇ ਖੁਦ ਵੀ ਗਲਤ ਹੈ ਜਦੋਂ ਉਹ ਗਵਰਨਰ ਕੋਲ ਗਏ ਸੀਗੇ। ਇਹ ਮਾਮਲਾ ਟੈਕਨੀਕਲ ਹੈ ਹੀ ਨਹੀਂ, ਜਿਹੜਾ ਲਾਈਵ ਟੈਲੀਕਾਸਟ ਦਾ ਹੈ ਉਹ ਹੋਰ ਡੋਮੇਨ ਦਾ ਮਾਮਲਾ ਹੈ। ਸੋ ਉਹ ਇਸ਼ੂ ਬੇਸਿਕਲੀ ਗਲਤ ਹੈਗਾ, ਲੇਕਿਨ ਜੋ ਗਵਰਨਰ ਨੇ ਸਟੈਂਡ ਲਿਆ ਇਹ ਵੀ ਇੰਨਾ ਹੀ ਗਲਤ ਹੈ ਜੀ। ਇਹ ਹੁਣ ਅੱਗੇ ਕਿਸ ਤਰ੍ਹਾਂ ਦੀ ਰਾਜਨੀਤੀ ਚ ਵੱਟਦਾ ਹੈ, ਇਹਦੇ ਉੱਤੇ ਕਿਸ ਤਰ੍ਹਾਂ ਦੀ ਸਿਆਸਤ ਹੋਣ ਵਾਲੀ ਆ, ਇਹਨੂੰ ਦੇਖਦੇ ਰਵਾਂਗੇ। ਵੈਸੇ ਦੋਸਤੋ ਤੁਹਾਨੂੰ ਥੋੜੀ ਜਿਹੀ ਸਮੱਸਿਆ ਆਈ ਹੋਊਗੀ ਜਾਂ ਆਊਗੀ ਸੁਣਨ ਦੌਰਾਨ। ਸਰਦਾਰ ਹਰਮੀਤ ਸਿੰਘ ਔਨ ਦਾ ਵੇ ਸੀਗੇ ਔਰ ਰਸਤੇ ਦੇ ਵਿੱਚ ਜਿਹੜਾ ਆਵਾਜ਼ ਦਾ ਮਾਮਲਾ ਹੈ ਇਹ ਤੁਹਾਨੂੰ ਕਿਤੇ ਕਿਤੇ ਆਵਾਜ਼ ਫੈਲੀ ਹੋਈ ਮਿਲੂਗੀ ਔਰ ਉਨੀ ਸਟ੍ਰੀਕ ਤੁਹਾਨੂੰ ਨਹੀਂ ਸੁਣੀ ਹੋਏਗੀ, ਉਹਦੇ ਲਈ ਮਾਫੀ ਚਾਹੁੰਦੇ ਆ।
ਪਰ ਉਂਝ ਕਿਉਂਕਿ ਇਹ ਮਾਮਲਾ ਕਾਲੀ ਚ ਆਇਆ, ਸਾਨੂੰ ਲੈਣਾ ਪੈ ਗਿਆ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਥੈਂਕ ਯੂ। ਸ਼ੁਕਰੀਆ ਜੀ।